ਸ਼ਮਸ਼ੀਰ ਦੀ ਮੁੱਠ ਨੂੰ ਹੱਥ ਪਾਵਾਂਗੇ ਤੇ ਆਪਣੇ ਭਰਾਵਾਂ ਤੇ ਚਲਾਵਾਂਗੇ ਜਾਂ ਉਹ ਸਾਡੇ ਤੇ ਚਲਾਉਣਗੇ। ਉਹ ਚਲਾ ਸਕਦੇ ਆ ਕਿਉਂਕਿ ਉਹਨਾਂ ਨੇ ਟਾਸਕ ਫੋਰਸ ਇੱਕ ਵੱਖਰੀ ਰੱਖੀ ਆ ਪੱਗਾਂ ਲਾਉਣ ਵਾਸਤੇ। ਵੀ ਇਹਨਾਂ ਨੇ ਇੱਕ ਸੋਚ ਸੋਚੀ ਹੋਈ ਆ ਵੀ ਅਕਾਲ ਤਖਤ ਸਾਹਿਬ ਜੀ ਦੇ ਖੁੱਲੇ ਵਿਹੜੇ ਦੇ ਵਿੱਚੋਂ ਢਾਡੀ ਪ੍ਰਥਾ ਖਤਮ ਕਰਨੀ ਜੀ। ਮੈਨੂੰ ਮਾਫ ਕਰਿਓ ਜੇ ਕਹਿ ਦਈਏ ਵੀ ਆਜ਼ਾਦ ਸਿੱਖਾਂ ਦੀ ਸਟੇਜ ਆ, ਹੁਣ ਅਸੀਂ ਉੱਥੇ ਰਹਿੰਦੇ, ਕੋਈ ਆਜ਼ਾਦ ਸਿੱਖਾਂ ਦੀ ਸਟੇਜ ਨਹੀਂ ਰਹਿ ਗਈ। ਉਹ ਚੰਦ ਬੰਦਿਆਂ ਦੀ ਸਟੇਜ ਰਹਿ ਗਈ, ਆਜ਼ਾਦ ਕੋਈ ਨਹੀਂ, ਉਹ ਗੁਲਾਮ ਸਟੇਜ ਆਪਾਂ ਕਹਿ ਸਕਦੇ ਕੋਈ ਉੱਥੇ ਮਤਲਬ ਅਸੀਂ ਗੱਲ ਕਰਦੇ ਹਾਂ, ਜੇ ਕੋਈ ਸੱਚ ਦੀ ਗੱਲ ਕਰਨ ਲੱਗਦੇ ਆ ਨਾ ਵੀ ਅੱਜ ਆਹ ਕੰਮ ਹੋਇਆ ਜਾਂ ਹੈ ਉਹ ਉਸੇ ਵੇਲੇ ਫੱਟ ਪਿੱਛੇ ਆਣ ਕੇ ਕਹਿੰਦਾ ਭਾਈ ਸਾਹਿਬ ਜੀ ਆਪਣੇ ਪ੍ਰਸੰਗ 'ਚ ਰਹੋ, ਤੁਸੀਂ ਇਹਨਾਂ ਕੰਮਾਂ 'ਚੋਂ ਕੀ ਲੈਣਾ ਵਾ ਜੀ। ਫਿਰ ਜਿੱਥੇ ਅਸੀਂ ਬੈਠਣ ਵਾਸਤੇ ਮਜਬੂਰ ਹੋਏ ਉੱਥੋਂ ਲੋਕਾਂ ਨੇ ਪਾਨ ਖਾ ਖਾ ਕੇ ਥੁੱਕਿਆ ਸੀਗਾ ਜਿੱਥੇ ਸਾਨੂੰ ਬਹਿਣਾ ਪੈ ਗਿਆ। ਹੁਣ ਤੇ ਸਿਰੋਂ ਮੁੰਨੀ ਕਮੇਟੀ ਰਹਿ ਗਈ ਆ, ਸ਼੍ਰੋਮਣੀ ਕਮੇਟੀ ਤੇ ਉਹ ਸਾਡੇ ਬਜ਼ੁਰਗਾਂ ਦੀ ਸੀ ਜਿਹੜੀ ਉਹਨਾਂ ਨੇ ਬਣਾਈ ਸੀ। ਤੁਸੀਂ ਤੇ ਅਕਾਲ ਤਖਤ ਸਾਹਿਬ 6 ਜੂਨ ਨੂੰ ਹਰ 6 ਜੂਨ ਨੂੰ ਖੂਨ ਡੋਲਦੇ ਹੋ, ਉਦੋਂ ਮਰਜ਼ਾਦਾ ਭੰਗ ਨਹੀਂ ਹੁੰਦੀ। ਤੇ ਜੇ ਅਸੀਂ ਢਾਡੀ ਸਿੰਘਾਂ ਨੇ ਆਪਣਾ ਖੂਨ ਕੱਢ ਕੇ ਤੁਹਾਨੂੰ ਪਿਆਲਾ ਭਰ ਕੇ ਦਿੱਤਾ ਤੇ ਕਿਧਰ ਦੀ ਮਰਜ਼ਾਦਾ ਭੰਗ ਹੋਗੀ। ਉਹ ਕਹਿੰਦਾ ਧਨਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਜਤਰਨਾ ਵਿਦਤੇ ਤਤਰ ਦਿਵਸ ਵਸੇਤਮ। ਉਹ ਕਹਿੰਦਾ ਜਿਹੜੇ ਦੇਸ਼ ਨੂੰ ਬਰਬਾਦ ਕਰਨਾ ਉਹਦੀਆਂ 5 ਚੀਜ਼ਾਂ ਬਰਬਾਦ ਕਰ ਦੋ। ਤੇ ਮੈਂ ਤੇ ਵਾਰੇ ਜਾਨਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਸਾਡਾ ਚੰਗਾ ਭਲਾ ਕੰਮ ਨਿਬੇੜਤਾ। ਬੀਬੀ ਜਗੀਰ ਕੌਰ ਨੇ ਉਹਨੇ ਕਿਹਾ ਵੀ ਚਲੋ ਤੁਹਾਡੀਆਂ ਮੰਗਾਂ ਮੰਨ ਲੈਨੇ। ਉਹ ਅਗਲੇ ਦਿਨ ਹੀ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਕੇ ਨਹੀਂ ਬੀਬੀ ਜੀ ਤੁਸੀਂ ਪਿਛਾਂ ਹੋ ਜਾਓਗੇ, ਅਕਾਲ ਤਖਤ ਸਾਹਿਬ ਦਾ ਮਸਲਾ ਅਸੀਂ ਜਾਣੀਏ, ਸਾਡਾ ਕੰਮ ਜਾਣੇ। ਉਹ ਅਗਲੇ ਦਿਨ ਇਹਨਾਂ ਨੇ 6 ਢਾਡੀ ਜਥੇ ਸਾਡੇ ਬਲੈਕ ਲਿਸਟ ਕਰ ਕੱਤੇ ਆ ਜੀ। ਜਿਹੜਾ ਇੱਕ ਸਿੰਘ ਸਾਹਿਬ 3500 ਰੁਪਏ ਦਾ ਤੇਲ ਰੂਜ ਗੱਡੀ 'ਚ ਫੂਕ ਦਿੰਦਾ, 3500 ਰੁਪਏ ਜਿਹਦੇ ਢਾਡੀ ਸਿੰਘ ਦੇ ਪਿੱਛੇ 5-6 ਮੈਂਬਰ ਹੈ ਘਰ ਦੇ ਪਰਿਵਾਰ ਦੇ ਪ੍ਰਸ਼ਾਦਾ ਛਕਣ ਵਾਲੇ, ਕੋਈ ਬੱਚਾ ਪੜ੍ਹਨ ਵਾਲਾ, ਉਹ 3500 ਰੁਪਏ 'ਚ ਵਿਚਾਰਾ ਕੀ ਕਰੂਗਾ। ਕਿਤੇ ਇਹਨਾਂ ਨੂੰ ਤੁਸੀਂ ਸਵਾਲ ਕਰਿਓ ਵੀ ਭਾਈ ਸਾਹਿਬ ਜੀ ਤੁਸੀਂ ਕੋਈ ਢਾਡੀ ਤਿਆਰ ਕੀਤਾ ਵਾ, ਕੋਈ ਸਰੰਗੀ ਮਾਸਟਰ ਤਿਆਰ ਕੀਤਾ ਤੁਸੀਂ, ਤੇ ਜੇ ਤੁਸੀਂ ਕੀਤਾ ਵਾ ਤੇ ਉਹਦਾ ਇੱਕ ਦਾ ਨਾਂ ਲਓ ਵੀ ਜਿਹੜਾ ਤੁਸੀਂ ਢਾਡੀ ਬਣਾ ਕੇ ਕੌਮ ਦੀ ਕਚਹਿਰੀ 'ਚ ਲਿਆਂਦਾ ਕੋਈ ਸਰੰਗੀ, ਇੱਕ ਵੀ ਜੇ ਨਾਂ ਲੈ ਦੇ ਹਰਪ੍ਰੀਤ ਸਿੰਘ, ਤੇ ਜਿਹੜੀ ਸਜ਼ਾ ਕੌਮ ਸਾਨੂੰ ਦਊਗੀ ਉਹ ਮੈਂ ਚੈਲੰਜ ਕਰਦਾ ਵੀ ਮੈਂ ਭੁਗਤਣ ਵਾਸਤੇ ਤਿਆਰ ਆ। ਬਾਹਰ ਵੱਡੇ ਸਮਾਗਮਾਂ ਦੇ ਵਿੱਚ ਕਿਸੇ ਅਣਸੱਦੇ ਜਥੇ ਨੂੰ ਬੋਲਣ ਨਹੀਂ ਗਾ ਦਿੱਤਾ ਜਾਂਦਾ। ਅਕਾਲ ਤਖਤ ਸਾਹਿਬ ਦੀ ਸਟੇਜ ਤੋਂ ਇਹਨਾਂ ਨੇ ਬੰਦ ਕਰਤਾ ਤੇ ਫਿਰ ਅਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਢਾਡੀ ਜਥੇ ਕਿਵੇਂ ਤਿਆਰ ਹੋਣਗੇ। ਵੀ ਜਦੋਂ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਢਾਡੀ ਜਥੇ ਲਿਆਂਦੇ, ਉਹਨਾਂ ਪਹਿਲੀ ਵਾਰ ਪੜ੍ਹੀ ਸੀ ਸਤਿਗੁਰੂ ਵਿੱਚ ਵਡਾਲੀ ਜਨਮਿਆ ਚੰਨ ਸੂਰਜ ਬਾਲਾ ਚੜ੍ਹੀਦਾ। ਤੇ ਮਹਾਰਾਜ ਨੇ ਇਹ ਗੱਲ ਕਹੀ ਸੀ ਵੀ ਮੈਂ ਬਹੁਤੀ ਆਪਣੀ ਸਿਫਤ ਵਾਸਤੇ ਵੀ ਤੁਹਾਨੂੰ ਨਹੀਂ ਗਾ ਸੱਦਿਆ, ਤੁਸੀਂ ਉਹ ਗੱਲ ਕਰੋ ਵੀ ਅੱਜ ਕੌਮ ਦਾ ਜੰਮਿਆ ਹੋਇਆ ਖੂਨ ਜਿਹੜਾ ਵਾ ਉਹ ਬਾਲੇ ਮਾਰ ਲੱਗ ਪਵੇ, ਉਹ ਗੱਲ ਕੋਈ ਕਰੋ ਤੁਸੀਂ। 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਸਾਂਝਾ ਵਾ, ਲੇਕਿਨ ਅਕਾਲ ਤਖਤ ਸਾਹਿਬ ਸਾਰਿਆਂ ਦਾ ਸਾਂਝਾ ਨਹੀਂ। ਅਕਾਲ ਤਖਤ ਸਾਹਿਬ ਵੇਖੋ ਕੋਈ ਮੁਸਲਮਾਨ ਕੋਈ ਪੁਰੈਤ ਕਰ ਜਾਵੇ ਉਹਨੂੰ ਸੱਦਿਆ ਜਾਂਦਾ, ਅਕਾਲ ਤਖਤ ਸਾਹਿਬ ਛੇਕਣ ਵਾਸਤੇ ਨਹੀਂ ਸੱਦਿਆ ਜਾਂਦਾ। ਸਟੇਜ ਤੇ ਖਲੋ ਕੇ ਕੌਮ ਨੂੰ ਡਾਂਗੋ ਡਾਂਗੀ ਕਰਵਾਉਣ ਦੇ ਬਿਆਨ ਦਵੇ ਜਥੇਦਾਰ, ਧਰਨਾ ਦੇਣ ਵਾਲੇ ਸਾਡੇ ਭਰਾ, ਡਾਂਗਾ ਮਾਰਨ ਵਾਲੇ ਸਾਡੇ ਭਰਾ, ਤੇ ਇਹੋ ਜਿਹੀਆਂ ਸਪੀਚਾਂ ਦਵੇ ਜਥੇਦਾਰ ਤੇ ਬੁਰੇ ਅਸੀਂ। ਚੰਗਾ ਕੰਮ ਕਰਕੇ ਜਾਵੇ ਅਕਾਲੀ ਬਾਬਾ ਫੂਲਾ ਸਿੰਘ ਵਰਗੂ ਦੁਨੀਆ ਉਹਦੀ ਪੂਜਾ ਕਰੇ, ਮਾੜਾ ਕੰਮ ਕਰਕੇ ਜਾਵੇਗਾ ਫਿਰ ਸਰਬਰਾ ਅਰੂੜ ਸਿੰਘ ਵਾਂਗੂ ਲਾਹਣਤਾਂ ਤੇ ਹੈ ਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਅੱਜ ਅਸੀਂ ਗੱਲ ਕਰਾਂਗੇ ਸਾਡੇ ਬੜੇ ਹੀ ਸਤਿਕਾਰਯੋਗ ਢਾਡੀ ਭਾਈ ਸਤਨਾਮ ਸਿੰਘ ਜੀ ਲਾਲੋ ਘੁੰਮਣ ਨਗਰ ਡਿਸਟ੍ਰਿਕਟ ਤਰਨਤਾਰਨ। ਇਹ ਹੈਗੇ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹੋ ਕੇ ਢਾਡੀ ਵਾਰਾਂ ਗਾਇਨ ਕਰਨ ਵਾਲੇ, ਪ੍ਰਸੰਗ ਸੁਣਾਉਣ ਵਾਲੇ, ਜੋ ਉੱਥੇ ਸੇਵਾ ਕਰਦੇ ਆ ਰਹੇ ਨੇ ਪਿਛਲੇ ਕਾਫੀ ਸਮੇਂ ਤੋਂ। ਪਰ ਅਜੋਕੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਉੱਥੇ ਕਾਫੀ ਵਿਤਕਰੇ, ਮੰਦਭਾਗੀ ਘਟਨਾਵਾਂ ਵਾਪਰੀਆਂ ਨੇ। ਇਹਨਾਂ ਪ੍ਰਸੰਗ ਦੇ ਬਾਰੇ ਬੋਲਣ ਤੇ ਹਿਦਾਇਤਾਂ ਲਗਾਈਆਂ ਜਾ ਰਹੀਆਂ ਨੇ ਤੇ ਹੋਰ ਕਈ ਐਸੇ ਕਾਰਜ ਉੱਥੇ ਕੀਤੇ ਜਾ ਰਹੇ ਨੇ ਜੋ ਕਿ ਸਿੱਖ ਕੌਮ ਦੇ ਸਿਧਾਂਤ ਨੂੰ ਠੇਸ ਲਗਾਉਣ ਵਾਲੇ ਹੈਗੇ ਨੇ। ਸੋ ਆਓ ਸਭ ਤੋਂ ਪਹਿਲਾਂ ਆਪਾਂ ਭਾਈ ਸਤਨਾਮ ਸਿੰਘ ਜੀ ਲਾਲੋ ਘੁੰਮਣ ਵਾਲਿਆਂ ਦਾ ਪੰਜਾਬੀ ਵਿਰਾਸਤ ਤੇ ਇਸੇ ਚੈਨਲ ਤੇ ਨਿੱਘਾ ਸਵਾਗਤ ਕਰਦੇ ਹਾਂ ਅਤੇ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਨਾਲ ਕੀ ਹੋਇਆ ਤੇ ਇਹਨਾਂ ਨੇ ਭੁੱਖ ਹੜਤਾਲ ਜਿਹੜੀ
ਕੀਤੀ ਹੋਈ ਹੈ, ਕਿਉਂ ਕੀਤੀ ਹੋਈ ਹੈ, ਇਹਦੇ ਵਿੱਚ ਮੁੱਖ ਕਾਰਨ ਕੀ ਨੇ, ਜਾਣਨਾ ਕਰਦੇ ਹਾਂ। ਸੋ ਆਓ ਸਭ ਤੋਂ ਪਹਿਲੇ ਭਾਈ ਸਤਨਾਮ ਜੀ ਨੂੰ ਪੰਜਾਬੀ ਵਿਰਾਸਤ ਚੈਨਲ ਤੇ ਫਤਿਹ ਬੁਲਾਉਂਦੇ ਹਾਂ ਤੇ ਨਿੱਘਾ ਸਵਾਗਤ ਕਰਦੇ ਹਾਂ ਜੀ। ਭਾਈ ਸਾਹਿਬ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੰਜਾਬੀ ਵਿਰਾਸਤ ਤੇ USA ਚੈਨਲ ਤੇ। ਬਹੁਤ ਬਹੁਤ ਜੀ ਆਇਆਂ ਨੂੰ ਜੀ। ਧੰਨਵਾਦ ਜੀ, ਆਪ ਜੀ ਦਾ ਬਹੁਤ। ਸੋ ਭਾਈ ਸਾਹਿਬ ਜੀ, ਅਸੀਂ ਪਿੱਛੇ ਸੁਣਿਆ ਸੀਗੇ ਕਿ ਆਪ ਜੀ ਇਸ ਸਮੇਂ ਭੁੱਖ ਹੜਤਾਲ ਤੇ ਬੈਠੇ ਹੋ। ਇਹਦਾ ਮੁੱਖ ਕਾਰਨ ਕੀ ਹੈ ਕਿ ਕਿਉਂ ਆਪ ਜੀਆਂ ਨੂੰ ਇਹ ਕਦਮ ਚੱਕਣਾ ਪਿਆ ਕਿ ਆਪ ਜੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਹੋ ਕੇ ਢਾਡੀ ਵਾਰਾਂ ਸਿੱਖ ਸੰਗਤਾਂ ਨੂੰ ਸੁਣਾਉਂਦੇ ਹੋ, ਤੇ ਕਾਰਨ ਕੀ ਹੈ ਕਿ ਅਚਾਨਕ ਤੁਹਾਨੂੰ ਇਹ ਇੰਨਾ ਵੱਡਾ ਕਦਮ ਚੱਕਣਾ ਪਿਆ? ਜੀ, ਉਹਦਾ ਕਾਰਨ ਜਿਹੜਾ ਸਾਨੂੰ ਭੁੱਖ ਹੜਤਾਲ ਤੇ ਬਹਿਣ ਦਾ, ਕਿਉਂਕਿ ਸਾਨੂੰ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ। ਸਾਡਾ ਪਹਿਲੀ ਤੇ ਗੱਲ ਇਹ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਕੀਰਤਨ ਕਰਨ ਵਾਲੇ ਢਾਡੀ ਸਿੰਘ ਆ ਜੀ। ਜੀ। ਤੇ ਗੁਰਬਾਣੀ ਇਸ ਚੀਜ਼ ਦਾ ਜਿਹੜਾ ਨਾ ਉਹ ਖੰਡਨ ਕਰਦੀ ਹੈ ਜੀ। ਸਤਿਗੁਰੂ ਜਿਵੇਂ ਕਹਿੰਦੇ ਨਾ, ਛੋਡਾ ਅੰਨ ਕਰੇ ਪਖੰਡ ਨਾ ਸੁਹਾਗਣ ਨਾ ਉਰੰਡ। ਉਹ ਕੱਲ ਦੇ ਸਾਨੂੰ ਕਈ ਕੁਐਸਚਨ ਕੀਤੇ ਵੀਰਾਂ ਨੇ ਵੀ ਵੀਰ ਜੀ ਗੁਰਬਾਣੀ ਕਹਿੰਦੇ, ਮੈਂ ਕਿਹਾ ਵੀ ਉਹ ਇੱਕ ਵੱਖਰਾ ਸਬਜੈਕਟ ਆ, ਲੇਕਿਨ ਇਹ ਸਾਡਾ ਇੱਕ ਵੱਖਰਾ ਵਾ ਜੀ। ਉਹ ਜੀ। ਪਖੰਡ ਕਰਨ ਵਾਲਿਆਂ ਤੇ ਹੈ ਨਾ ਜੀ। ਤੇ ਚਲੋ ਮੈਂ ਆਪਣੇ ਵਿਸ਼ੇ ਤੇ ਆਵਾਂ ਵੀ ਸਾਨੂੰ ਇਹ ਕਿਉਂ ਕਰਨਾ ਪਿਆ। ਸਾਨੂੰ ਇਹ ਕਰਨਾ ਪਿਆ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ, ਗੁਰੂ ਕਲਗੀਧਰ ਦਾ ਇੱਕ ਬਚਨ ਹੈ, ਝੁੰਕਾਰ ਅਜ਼ਾ ਮਾਇਰ ਤੇ ਦਰਗੁਜਸ਼ਤ ਹਲਾਲਸਤ ਬੁਰਦਨ ਬਚ ਮਚੀਰ ਦਸਤ। ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਸਾਰੇ ਹੀਲਿਆਂ ਤੋਂ ਕੰਮ ਲੰਘ ਜੇ, ਪਰ ਇੱਥੇ ਤੇ ਅਸੀਂ ਕੀ ਸ਼ਮਸ਼ੀਰ ਦੀ ਮੁੱਠ ਨੂੰ ਹੱਥ ਪਾਵਾਂਗੇ ਤੇ ਆਪਣੇ ਭਰਾਵਾਂ ਤੇ ਚਲਾਵਾਂਗੇ, ਜਾਂ ਉਹ ਸਾਡੇ ਤੇ ਚਲਾਉਣਗੇ? ਉਹ ਚਲਾ ਸਕਦੇ ਆ, ਕਿਉਂਕਿ ਉਹਨਾਂ ਨੇ ਟਾਸਕ ਫੋਰਸ ਇੱਕ ਵੱਖਰੀ ਰੱਖੀ ਆ ਪੱਗਾਂ ਲਾਉਣ ਵਾਸਤੇ ਜੀ। ਤੇ ਡਾਂਗ ਵਾਸਤੇ, ਹੈ ਨਾ, ਉਹ ਚਲਾ ਸਕਦੇ। ਪਰ ਸਾਨੂੰ ਇਹ ਕੰਮ ਇਸ ਕਰਕੇ ਕਰਨਾ ਪਿਆ ਜੀ ਕਿ ਇਹਨਾਂ ਨੇ ਕੀ ਇੱਕ ਸੋਚ ਸੋਚੀ ਹੋਈ ਆ ਵੀ ਅਕਾਲ ਤਖਤ ਸਾਹਿਬ ਜੀ ਦੇ ਖੁੱਲੇ ਵਿਹੜੇ ਦੇ ਵਿੱਚੋਂ ਢਾਡੀ ਪ੍ਰਥਾ ਖਤਮ ਕਰਨੀ ਜੀ। ਅੱਛਾ ਜੀ। ਇਹਨਾਂ ਨੇ ਇੱਕ ਤਹਈਆ ਕੀਤਾ ਹੋਇਆ ਕਿ ਅੱਜ ਤੋਂ ਤਕਰੀਬਨ 2-2.5 ਸਾਲ ਪਹਿਲੋਂ ਦੀ ਜੇ ਮੈਂ ਬੇਨਤੀ ਕਰਾਂ ਤੇ ਇਹ ਜਿਹੜੀ ਸਟੇਜ ਸੀ ਨਾ ਨਰੋਲ ਢਾਡੀ ਸਿੰਘਾਂ ਦੀ, ਸਾਡਾ ਇੱਕ ਸੈਕਟਰੀ ਹੁੰਦਾ ਸੀਗਾ ਲੋਕਲ ਜੀ, ਜਿਹੜਾ ਸਮੇਂ ਬਣਾਉਂਦਾ ਸੀਗਾ, ਜੀ। ਸਮਾਂ ਦਿੰਦਾ ਸੀਗਾ ਜੀ। ਤੇ ਸਾਡਾ ਸਰਦੀਆਂ ਦੇ ਵਿੱਚ ਜਿਹੜਾ ਸਮਾਂ ਹੁੰਦਾ ਸੀ, ਉਹ ਹੁੰਦਾ ਸੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮਾਂ ਦੇ 4 ਵਜੇ ਤੱਕ। ਜਿਹੜਾ ਜੀ। ਗਰਮੀਆਂ ਦੇ ਵਿੱਚ ਸਮਾਂ, ਉਹ ਸਾਡਾ ਸਵੇਰੇ 8 ਵਜੇ ਤੋਂ ਲੈ ਕੇ ਤੇ ਸ਼ਾਮਾਂ ਦੇ 5 ਵਜੇ ਤੱਕ ਜੀ। ਉਹ ਇਹਨਾਂ ਨੇ ਪਹਿਲੋਂ ਤੇ ਇਹ ਸਾਡੇ ਨਾਲ ਸ਼ਰਾਰਤ ਕੀਤੀ ਹੈ, ਸਿਆਸਤ ਖੇਡੀ ਵੀ ਉਹ ਸਾਡਾ ਸਮਾਂ ਜਿਹੜਾ ਸੀ ਨਾ, ਉਹ ਕੱਟ ਕੇ ਤੇ ਉਹਨਾਂ ਨੇ ਕਰਤਾ ਜੀ 6 ਘੰਟੇ। ਜੀ। ਉਹਦੇ ਵਿੱਚੋਂ ਇਹਨਾਂ ਸਾਡੇ ਤੇ ਇੱਕ ਹੋਰ ਕੁੰਡਾ ਰੱਖਤਾ, ਉਹ ਕੁੰਡਾ ਰੱਖਤਾ ਪ੍ਰਚਾਰਕਾਂ ਦਾ ਜੀ। ਪ੍ਰਚਾਰਕਾਂ ਦਾ ਮਤਲਬ? ਉਹ ਇਹਨਾਂ ਦੇ ਨਾ ਪ੍ਰਚਾਰਕ ਜਿਹੜੇ ਸ਼੍ਰੋਮਣੀ ਕਮੇਟੀ ਨੇ ਰੱਖੇ ਆ ਜੀ, ਉਹ ਸਟੇਜ ਦੇਤੀ ਪ੍ਰਚਾਰਕਾਂ ਨੂੰ ਵੀ ਤੁਸੀਂ ਢਾਡੀ ਜਥੇ ਬੁਲਾਉਣੇ ਆ। ਧਰਮ ਪ੍ਰਚਾਰਕ ਕਮੇਟੀ ਵੱਲੋਂ ਤੁਹਾਨੂੰ ਲਿਸਟ ਆਊਗੀ ਕਿਹੜਾ ਕਿਹੜਾ ਜਥਾ ਤੁਸੀਂ ਬੁਲਾਉਣਾ ਵਾ, ਕਿਹੜੇ ਕਿਹੜੇ ਟਾਈਮ 'ਚ ਬੁਲਾਉਣਾ ਵਾ। ਜੀ। ਅੱਗੇ ਇਹ ਕੁਝ ਨਹੀਂ, ਅੱਗੇ ਅਸੀਂ ਆਪਣੀ ਮਰਜ਼ੀ ਨਾਲ ਜਥੇ ਉੱਥੇ ਪਾਉਂਦੇ ਸੀ, ਲਿਸਟ ਬਣਾਉਂਦੇ ਸੀਗੇ। ਹੁਣ ਜਦੋਂ ਇਹ ਜਥੇ ਲੱਗ ਪਏ ਉੱਥੇ ਪਾਉਣ, ਫਿਰ ਪ੍ਰਚਾਰਕ ਕੀ ਕਰਦਾ ਵਾ ਜੀ, ਸਵੇਰੇ 9 ਵਜੇ ਸਟੇਜ ਸ਼ੁਰੂ ਹੁੰਦੀ ਹੈ ਜੀ। ਜੀ। ਉਹ 8:30 ਵਜੇ, ਪੌਣੇ 9 ਵਜੇ ਕੱਢ ਕੇ ਮਾਈਕ ਲੱਗ ਪੈਂਦਾ 15-20 ਮਿੰਟ। ਚਲੋ ਉਹ ਉਹਨਾਂ ਦੀ ਸਟੇਜ ਆ, ਉਹਨੂੰ ਜੇ ਆਪਾਂ ਕਹਿ ਦਈਏ ਨਾ ਮੈਨੂੰ ਮਾਫ ਕਰਿਓ ਜੇ ਕਹਿ ਦਈਏ ਵੀ ਆਜ਼ਾਦ ਸਿੱਖਾਂ ਦੀ ਸਟੇਜ ਆ, ਹੁਣ ਅਸੀਂ ਉੱਥੇ ਰਹਿੰਦੇ, ਕੋਈ ਆਜ਼ਾਦ ਸਿੱਖਾਂ ਦੀ ਸਟੇਜ ਨਹੀਂ ਰਹਿ ਗਈ। ਉਹ ਚੰਦ ਬੰਦਿਆਂ ਦੀ ਸਟੇਜ ਰਹਿ ਗਈ, ਆਜ਼ਾਦ ਕੋਈ ਨਹੀਂ, ਉਹ ਗੁਲਾਮ ਸਟੇਜ ਆਪਾਂ ਕਹਿ ਸਕਦੇ ਜੀ। ਇਹ ਸਟੇਜ ਹੁਣ ਕਿਹਨਾਂ ਦੇ ਹੱਥ ਵਿੱਚ ਹੈਗੀ ਹੈ, ਕੌਣ ਚਲਾਉਂਦੇ ਨੇ? ਉਹ ਜਿਹੜੀ ਸਟੇਜ ਹੈ ਨਾ ਜੀ, ਉਹ ਹੈਗੀ ਧਰਮ ਪ੍ਰਚਾਰ ਕਮੇਟੀ ਦੇ ਹੱਥ ਵਿੱਚ, ਸ਼੍ਰੋਮਣੀ ਕਮੇਟੀ ਦੇ ਹੱਥ ਵਿੱਚ ਉਹ ਸਟੇਜ ਹੈ ਜੀ। ਜੀ। ਉਹਦੇ ਵਿੱਚ ਉਹ ਪ੍ਰਚਾਰਕ ਜਿਹੜਾ ਵਾ, ਉਹ ਮਤਲਬ ਸਮਾਂ ਸਾਨੂੰ ਦਿੰਦਾ ਵਾ, ਫਿਰ ਉਹ ਬਹਿ ਕੇ ਸੁਣਦਾ ਰਹਿੰਦਾ। ਜੇ ਕੋਈ ਉੱਥੇ ਮਤਲਬ ਅਸੀਂ ਗੱਲ ਕਰਦੇ ਹਾਂ, ਜੇ ਕੋਈ ਸੱਚ ਦੀ ਗੱਲ ਕਰਨ ਲੱਗਦੇ ਆ ਨਾ ਵੀ ਅੱਜ ਆਹ ਕੰਮ ਹੋਇਆ ਜਾਂ ਹਨਾ, ਉਹ ਉਸੇ ਵੇਲੇ ਫੱਟ ਪਿੱਛੇ ਆਣ ਕੇ ਕਹਿੰਦਾ ਭਾਈ ਸਾਹਿਬ ਜੀ ਆਪਣੇ ਪ੍ਰਸੰਗ 'ਚ ਰਹੋ, ਤੁਸੀਂ ਇਹਨਾਂ ਕੰਮਾਂ 'ਚੋਂ ਕੀ ਲੈਣਾ ਵਾ ਜੀ। ਅੱਛਾ, ਮਤਲਬ ਕਿ ਲਾਈਵ ਪ੍ਰਸੰਗ ਦੇ ਵਿੱਚ ਆ ਕੇ ਟੋਕ ਦਿੰਦੇ ਨੇ ਕਿ ਤੁਸੀਂ ਇਦਾਂ ਨਹੀਂ ਤੇ ਇਦਾਂ ਕੀਰਤਨ ਕਰਨਾ ਹੈ। ਅੱਲਾ ਟੋਕਦੇ ਨਹੀਂ, ਲਾਈਵ ਚੱਲ ਰਹੀ ਸਟੇਜ ਦੇ ਵਿੱਚ ਆਣ ਕੇ ਇੱਕ ਉੱਥੇ ਪ੍ਰਚਾਰਕ ਆ ਜੀ ਬਲਵੰਤ ਸਿੰਘ ਈਨੋਕੋਟ, ਜਿਹਨੇ ਸਟੇਜ ਤੇ ਸਾਡੇ ਇੱਕ ਢਾਡੀ ਸਿੰਘ ਦੀ ਦਾੜੀ ਐਰਕ ਤੇ ਹੱਥ 'ਚ ਲੈ ਕੇ ਉਹਨੂੰ ਕਹਿੰਦਾ ਵੀ ਤੂੰ ਇਹਨੂੰ ਰੰਗ ਕਰਦਾ, ਮੈਨੂੰ ਰੰਗ ਲਾਉਣਾ ਜੀ। ਹੂੰ। ਤੇ ਚਲੋ ਜੀ ਉਹ ਰੰਗ ਲਾਉਂਦਾ ਹੋਊਗਾ, ਹੈ ਨਾ ਜੀ। ਪਹਿਲੀ ਤੇ ਗੱਲ ਲਾਉਂਦਾ ਨਹੀਂ 101%। ਜੇ ਉਹ ਰੰਗ ਲਾਉਂਦਾ ਵੀ ਯਾਰ, ਤੂੰ ਉਹਨਾਂ ਨੂੰ ਦੀਵਾਨ ਸਮਾਪਤ ਕਰ ਲੈਂਦੇ, ਕਮਰੇ 'ਚ ਜਾ ਕੇ ਉਹਦਾ ਲੈਬੋਰਟਰੀ ਟੈਸਟ ਕਰਾ ਲਓ ਕੋਈ ਵੀ ਇਹ ਰੰਗ ਲਾਉਂਦਾ ਚ ਨਹੀਂ ਲਾਉਂਦਾ, ਹੈ ਨਾ। ਜੀ। ਉਹ ਜਿਹੜਾ ਬੰਦਾ ਸੀ ਉਹ ਟੈਨਸ਼ਨ ਇੰਨੀ ਲੈ ਗਿਆ ਜੀ, ਪਤਾ ਨਹੀਂ ਉਹਨੂੰ ਕੀ ਹੋਇਆ ਕਿ ਨਹੀਂ, ਉਹ ਤੇ ਰੱਬ ਹੀ ਜਾਣਦਾ ਵਾ। ਉਹਨੇ ਜਾ ਕੇ ਤੇ ਆਪਣੇ ਕੇਸ ਕਤਲ ਕਰਾ ਲਏ ਜੀ, ਦਾੜੇ ਦੇ ਵੀ ਤੇ ਸਿਰ ਤੇ। ਵਾਹਿਗੁਰੂ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਚਲੋ
ਇਹ ਮਤਲਬ ਇੱਕ ਹੈਗੇ ਆਪਣਾ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਪਿੱਟੇਵੱਡ, ਜੀ ਇੱਕ ਪੰਨੂ ਸਾਹਿਬ ਆ, ਸੌਰੀ ਮੈਨੂੰ ਉਹਨਾਂ ਦਾ ਪੂਰਾ ਨਾਮ ਭੁੱਲ ਗਿਆ। ਤੀਜੇ ਹੈਗੇ ਆ ਗਿਆਨੀ ਅਜੈਬ ਸਿੰਘ ਜੀ ਅਭਿਆਸੀ। ਜੀ ਇਹਨਾਂ ਤਿੰਨਾਂ ਇਨਸਾਨਾਂ ਨੇ ਤਹਈਆ ਕੀਤਾ ਹੋਇਆ ਵਾ ਢਾਡੀ ਕਲਾ ਦਾ ਗਲ ਘੁੱਟਣ ਦਾ ਜੀ। ਫਿਰ ਇਹਨਾਂ ਨੂੰ ਬਾਕੀ ਸੰਗਤਾਂ ਜਿਹੜੀਆਂ ਵਿੱਚ ਇੱਥੇ ਬੈਠੀਆਂ ਨੇ ਕੋਈ ਕੁਝ ਕਹਿੰਦਾ ਨਹੀਂ ਹੈ, ਕਿਸੇ ਨੇ ਤੁਹਾਡੇ ਪੱਖ ਦੇ ਵਿੱਚ ਹਾਂ ਦਾ ਨਾਰਾ ਅੱਜ ਤੱਕ ਨਹੀਂ ਮਾਰਿਆ ਕਿ ਨਹੀਂ ਬਿਲਕੁਲ ਸੰਗਤਾਂ ਉੱਥੇ ਮੁੜ ਕੇ ਉਹਨਾਂ ਦਾ ਵਿਰੋਧ ਕਰਦੀਆਂ ਵਾ। ਸੰਗਤਾਂ ਜਿਹੜੀਆਂ ਉਹ ਢਾਡੀ ਸਿੰਘਾਂ ਦੇ ਪੱਖ ਦੇ ਵਿੱਚ ਆ। ਹੁਣ ਅਸੀਂ ਜਦੋਂ ਕੱਲ ਉੱਥੇ ਪ੍ਰਦਰਸ਼ਨ ਕਰ ਰਹੇ ਸੀਗੇ ਭੁੱਖ ਹੜਤਾਲ ਤੇ, ਅਸੀਂ ਬੈਠੇ ਸੀ 11 ਸਿੰਘ, ਅੱਜ 2 ਵਜੇ ਉਹ ਸਮਾਪਤ ਹੋਈ ਜੀ। ਮਾਫ ਕਰਨਾ, ਕੱਲ 2 ਵਜੇ ਜੀ ਸਮਾਪਤ ਹੋਈ। ਪਰ ਜਦੋਂ ਅਸੀਂ ਉੱਥੇ ਹੱਥਾਂ 'ਚ ਬੁਰਸ਼ ਲੈ ਕੇ ਸੰਗਤਾਂ ਦੇ ਜੋੜੇ ਪਾਲਸ਼ ਕਰਦੇ ਸੀ ਤੇ ਉੱਥੇ ਕਈ ਭੈਣਾਂ ਮਾਤਾਵਾਂ ਇਹੋ ਜਿਹੀਆਂ ਲੰਘਦੀਆਂ ਹੈ ਜਿਹੜੀਆਂ ਵਿਚਾਰੀਆਂ ਸਾਡੇ ਵੱਲੇ ਵੇਖ ਕੇ ਰੋਣ ਲੱਗ ਪੈਂਦੀਆਂ ਸੀ। ਮੈਂ ਭੁੱਖ ਹੜਤਾਲ ਤੇ ਬੈਠਿਆਂ ਨੂੰ ਵੇਖ ਕੇ ਉਹ ਕਹਿੰਦੇ ਸੀ ਵੀ ਤੁਸੀਂ ਤੇ ਸਾਡਾ ਇਤਿਹਾਸ ਸਟੇਜਾਂ ਤੇ ਗਾ ਕੇ ਸਾਡੇ ਬੱਚਿਆਂ ਨੂੰ ਸੇਧ ਦੇਣ ਵਾਲੇ ਹੋ, ਅੱਜ ਜਦੋਂ ਅਸੀਂ ਤੁਹਾਨੂੰ ਭੁੱਖ ਹੜਤਾਲ ਤੇ ਬੈਠੇ ਵੇਖਦੇ ਹਾਂ, ਫਿਰ ਭੈਣ ਜੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਸੀ ਨਾ ਜੀ ਉੱਥੇ ਸਾਨੂੰ, ਅਸੀਂ ਇਹਨਾਂ ਨੂੰ ਕਿਹਾ ਸੀ ਸਾਨੂੰ ਭਾਈ ਗੁਰਦਾਸ ਹਾਲ ਬਹਿ ਲੈਣ ਦਿਓ, ਇਹਨਾਂ ਨੇ ਉੱਥੇ ਵੀ ਨਹੀਂ ਸਾਨੂੰ ਬਹਿਣ ਦਿੱਤਾ ਜੀ। ਜੀ ਫਿਰ ਜਿੱਥੇ ਅਸੀਂ ਬੈਠਣ ਵਾਸਤੇ ਮਜਬੂਰ ਹੋਏ ਉੱਥੋਂ ਲੋਕਾਂ ਨੇ ਪਾਨ ਖਾ ਖਾ ਕੇ ਥੁੱਕਿਆ ਸੀਗਾ, ਜਿੱਥੇ ਸਾਨੂੰ ਬਹਿਣਾ ਪੈ ਗਿਆ। ਅਸੀਂ ਉਹ ਜਿਹੜਾ ਇਹਨਾਂ ਨੇ ਗਲਿਆਰਾ ਬਣਾਇਆ ਨਾ ਜੀ ਉੱਥੇ, ਜਿਹੜਾ ਸੁੰਦਰੀਕਰਨ ਦੇ ਨਾਂ ਤੇ ਪਿੱਛੇ ਜੇ ਬੁੱਤ ਵੀ ਪੰਨੇ ਸੀ ਸਾਡੇ ਸਿੰਘਾਂ ਨੇ, ਹਾਂਜੀ ਹਾਂਜੀ ਅਸੀਂ ਉੱਥੇ ਬੈਠੇ ਸੀਗੇ ਦਿਨ ਰਾਤ। ਮਤਲਬ ਉੱਥੇ ਅਸੀਂ ਜੋ ਵੀ ਸਮਾਂ ਆਪਣੇ ਤੇ ਬਤੀਤ ਕੀਤਾ ਵਾ ਜੀ। ਤੇ ਉੱਥੇ ਅਗਲੇ ਦਿਨ ਇਹਨਾਂ ਦਾ ਹੈਗਾ ਸੀਗਾ, ਕੱਲ ਸ਼੍ਰੋਮਣੀ ਕਮੇਟੀ ਦਾ 100 ਸਾਲਾ ਸੀ। ਜੀ ਅਸਲ ਵਿੱਚ ਜਿਹੜੀ ਸ਼੍ਰੋਮਣੀ ਕਮੇਟੀ ਸਾਡਿਆਂ ਬਜ਼ੁਰਗਾਂ ਨੇ ਬਣਾਈ ਸੀ ਨਾ ਖੂਨ ਡੋਲ ਕੇ, ਉਹ ਸ਼੍ਰੋਮਣੀ ਕਮੇਟੀ ਨਹੀਂ ਰਹਿ ਗਈ। ਹੁਣ ਤੇ ਸਿਰੋਂ ਮੁੰਨੀ ਕਮੇਟੀ ਰਹਿ ਗਈ ਆ। ਸ਼੍ਰੋਮਣੀ ਕਮੇਟੀ ਤੇ ਉਹ ਸਾਡੇ ਬਜ਼ੁਰਗਾਂ ਦੀ ਸੀ ਜਿਹੜੀ ਉਹਨਾਂ ਨੇ ਬਣਾਈ ਸੀ ਜੀ। ਜੀ ਇਹਨਾਂ ਨੇ ਫਿਰ ਮੁੱਕਦੀ ਗੱਲ ਜੀ, ਆਪਾਂ ਆਪਣੇ ਵਿਸ਼ੇ ਤੱਕ ਹੀ ਰਹੀਏ। ਫਿਰ ਸਾਨੂੰ ਇਹ ਸੀ ਵੀ ਜਦੋਂ ਅਸੀਂ ਭੁੱਖ ਹੜਤਾਲ ਤੇ ਬੈਠੇ ਆ, ਜੋੜੇ ਪਾਲਸ਼ ਕਰਨ ਡਏ ਆ, ਸਾਨੂੰ ਕੋਈ ਨੁਮਾਇੰਦਾ ਆਣ ਕੇ ਸਾਡੀ ਗੱਲ ਸੁਣੇਗਾ, ਕਿਉਂਕਿ ਇਹਨਾਂ ਜਿਹੜੇ ਥੱਲੇ ਬੰਦੇ ਆ ਨਾ ਉਹ ਸਾਨੂੰ ਨਹੀਂ ਮਿਲ ਦਿੰਦੇ ਜੀ। ਅਸੀਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੱਕ ਵੀ ਅਸੀਂ ਪਹੁੰਚ ਕੀਤੀ, ਉੱਥੇ ਵੀ ਅਸੀਂ ਗਏ 2-3 ਵਾਰੀ ਉਹਨਾਂ ਦੇ ਕੋਲ। ਉਹ ਬੀਬੀ ਜੀ ਨੂੰ ਫੋਨ ਕਰਦੇ ਰਹੇ ਪਹਿਲੋਂ ਤੇ 2-3 ਵਾਰੀ ਬੀਬੀ ਜੀ ਨੇ ਸਾਡੀ ਬਿਲਕੁਲੋਂ ਗੱਲ ਨਹੀਂ ਸੁਣੀ। ਉਹਨਾਂ ਦੇ ਅਸੀਂ ਘਰੇ ਵੀ ਗਏ ਆ ਜੀ, ਬੀਬੀ ਜੀ ਦੇ, ਬੀਬੀ ਜਗੀਰ ਕੌਰ ਜੀ ਦੇ, ਜੀ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ। ਫਿਰ ਅਸੀਂ ਉਹਦੇ ਵਿੱਚ ਕੀ ਕੀਤਾ ਵੀ ਅਸੀਂ ਢਾਡੀ ਸਿੰਘਾਂ ਨੇ ਆਪਣਾ ਖੂਨ ਕਢਾ ਕੇ ਜੀ, ਸਪੈਸ਼ਲ ਡਾਕਟਰ ਸੱਦ ਕੇ ਆਪਣਾ ਖੂਨ ਕਢਾ ਕੇ ਅਸੀਂ ਫਿਰ ਇੱਕ ਪਿਆਲਾ ਖੂਨ ਦਾ ਭਰਿਆ ਜੀ ਕਾਲੀਆਂ ਝੰਡੀਆਂ ਲੈ ਕੇ। ਅਸੀਂ ਫਿਰ ਭਾਈ ਗੁਰਦਾਸ ਤੋਂ ਤੁਰੇ, ਭਾਈ ਗੁਰਦਾਸ ਹਾਲ ਤੋਂ ਤੁਰੇ। ਉਦੋਂ ਇਹਨਾਂ ਸਾਨੂੰ ਉੱਥੇ ਬਹਿਣ ਦਿੱਤਾ ਸੀਗਾ। ਅਸੀਂ ਉੱਥੋਂ ਤੁਰੇ, ਫਿਰ ਅਸੀਂ ਸਤਨਾਮ ਦਾ ਸਿਮਰਨ ਕਰਦੇ, ਮਾਫੀ ਦੇਣੀ, ਕਾਲੀਆਂ ਝੰਡੀਆਂ ਨਹੀਂ ਬੈਨਰ ਲੈ ਕੇ ਜੀ, ਕੁਝ ਬੈਨਰ ਸੀਗੇ ਸਾਡੇ ਕੋਲ, ਜੀ ਅਸੀਂ ਉਹ ਲੈ ਕੇ ਫਿਰ ਸਿਮਰਨ ਕਰਦੇ ਅਸੀਂ ਗਏ ਆ ਜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਆ ਰਿਹਾ, ਕਿਉਂਕਿ ਇਹ ਪ੍ਰੋਟੈਸਟ ਕਰਨ ਤੋਂ ਪਹਿਲਾਂ ਅਸੀਂ ਅਖਬਾਰਾਂ ਵਿੱਚ ਦਿੱਤਾ ਸੀਗਾ ਜੀ। ਜੀ ਫਿਰ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਗਾੜੀ ਜਦੋਂ ਗਏ, ਇਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਲੋਕ ਲਾ ਲਏ। ਅਸੀਂ ਬਾਹਰ ਵਾਹਿਗੁਰੂ ਦਾ ਸਿਮਰਨ ਕਰਦੇ ਰਹੇ। ਅਸੀਂ ਸੋਚਿਆ ਵੀ ਕੋਈ ਨੁਮਾਇੰਦਾ ਬਾਹਰ ਹੋਊ, ਇਹਨਾਂ ਵਿੱਚੋਂ ਕੋਈ ਨਹੀਂ ਗਾਇਆ ਜੀ। ਅਸੀਂ ਫਿਰ ਉਹ ਖੂਨ ਦਾ ਪਿਆਲਾ ਜਿਹੜਾ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਗਾੜੀ ਰੱਖ ਕੇ ਫਿਰ ਅਸੀਂ ਵਾਪਸ ਆ ਗਏ ਜੀ। ਜੀ ਇਹਨਾਂ ਨੇ ਫਿਰ ਕਹਿ ਤੇ ਅਗਲੇ ਦਿਨ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਮਰਜ਼ਾਦਾ ਭੰਗ ਕਰਤੀ ਆ, ਖੂਨ ਦਾ ਪਿਆਲਾ ਰੱਖ ਕੇ ਉਹ ਕੀਤਾ, ਜੈ ਕੀਤਾ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਜਦੋਂ 6 ਜੂਨ ਨੂੰ ਤੁਸੀਂ ਅਕਾਲ ਤਖਤ ਸਾਹਿਬ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਹੋ, ਤਲਵਾਰਾਂ ਮਾਰਦੇ ਹੋ, ਡਾਂਗਾ ਮਾਰਦੇ ਹੋ, ਜਦੋਂ ਤੁਸੀਂ ਖੂਨ ਡੋਲਦੇ ਹੋ, ਅਸੀਂ ਤੇ ਖੂਨ ਦਾ ਪਿਆਲਾ ਭਰ ਕੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਦਰਵਾਜ਼ੇ ਗਾੜੀ ਰੱਖਿਆ। ਤੁਸੀਂ ਤੇ ਅਕਾਲ ਤਖਤ ਸਾਹਿਬ 6 ਜੂਨ ਨੂੰ, ਹਰ 6 ਜੂਨ ਨੂੰ ਖੂਨ ਡੋਲਦੇ ਹੋ, ਉਦੋਂ ਮਰਜ਼ਾਦਾ ਭੰਗ ਨਹੀਂ ਹੁੰਦੀ। ਤੇ ਜੇ ਅਸੀਂ ਢਾਡੀ ਸਿੰਘਾਂ ਨੇ ਆਪਣਾ ਖੂਨ ਕੱਢ ਕੇ ਤੁਹਾਨੂੰ ਪਿਆਲਾ ਭਰ ਕੇ ਦਿੱਤਾ ਤੇ ਕਿਧਰ ਦੀ ਮਰਜ਼ਾਦਾ ਭੰਗ ਹੋਗੀ? ਇਹ ਕਿਤੇ ਲਿਖਿਆ ਹੋਇਆ ਵੀ ਇਸ ਤਰ੍ਹਾਂ ਮਰਜ਼ਾਦਾ ਭੰਗ ਹੋ ਜਾਂਦੀ ਹੈ ਜੀ? ਤੋ ਇਹਨਾਂ ਨੇ ਉਹ ਵੀ ਮੁੜ ਕੇ ਸਾਡੇ ਤੇ ਦੂਸ਼ਣਬਾਜ਼ੀ ਲਾਉਣੀ ਸ਼ੁਰੂ ਕਰ ਦਿੱਤੀ। ਮੁੱਕਦੀ ਗੱਲ, ਚਲੋ ਬੀਬੀ ਜਗੀਰ ਕੌਰ ਜੀ ਨੇ ਇਸ ਤੋਂ ਬਾਅਦ ਸਾਨੂੰ ਸ਼ਾਮ ਨੂੰ ਫੋਨ ਕੀਤਾ ਪ੍ਰਧਾਨ ਜੀ ਉਹਨਾਂ ਨੂੰ, ਸਰਦਾਰ ਬਲਦੇਵ ਸਿੰਘ ਐਵੇਂ ਨੂੰ, ਵੀ ਤੁਹਾਡੀਆਂ ਸਾਰੀਆਂ ਮੰਗਾਂ ਜਿਹੜੀਆਂ ਅਸੀਂ ਮੰਨ ਲੈਂਦੇ ਆ, ਜਿਹੜੀਆਂ ਜਾਇਜ਼ ਮੰਗਾਂ ਵਾ ਉਹ ਅਸੀਂ ਮੰਨ ਲੈਂਦੇ, ਉਹਦੇ ਵਿੱਚ ਨਜਾਇਜ਼ ਤੇ ਸਾਡੀ ਕੋਈ ਵੀ ਮੰਗ ਨਹੀਂ। ਸਾਨੂੰ ਇਹ ਆ ਵੀ ਜਥੇ ਪਾਉਣ ਦੇ ਅਧਿਕਾਰ ਸਾਨੂੰ ਖੁਦ ਦਿੱਤੇ ਜਾਣ। ਬਾਕੀ ਜਿਹੜੀ ਸਾਡੀ ਇਹਨਾਂ ਨੇ, ਵੇਖੋ ਗੁਰੂ ਹਰਗੋਬਿੰਦ ਸਾਹਿਬ ਨੇ, ਸਤਿਗੁਰੂ ਨੇ ਹਾਥੀਆਂ ਤੇ ਬਿਠਾ ਕੇ ਢਾਡੀ ਸਿੰਘਾਂ ਨੂੰ ਲਿਆਂਦਾ ਜੀ। ਜੀ ਗੁਰੂ ਕਲਗੀਧਰ ਮਹਾਰਾਜ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਢਾਲੇ ਭਰ ਮੋਹਰਾਂ ਦੇ ਦਿੱਤੇ, ਸੋਨੇ ਦੀਆਂ ਢੱਡਾਂ ਦੇ ਕੇ ਨਵਾਜਿਆ ਸਤਿਗੁਰੂ ਨੇ। ਜੀ ਸਾਨੂੰ ਦਫ਼ਤਰ ਵੱਲੋਂ ਸੰਗਰਾਂਦ ਤੇ ਮੱਸਿਆ ਵਾਲੇ ਦਿਹਾੜੇ ਦੀ ਭੇਟਾ ਮਿਲਦੀ ਸੀ ਸ਼੍ਰੋਮਣੀ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਵੱਲੋਂ। ਹਾਂਜੀ ਜੀ
ਸਾਡੀ ਇਹਨਾਂ ਨੇ ਉਹ ਵੀ ਬੰਦ ਕਰ ਦਿੱਤੀ। ਉਹ ਅਸੀਂ ਭੇਟਾ ਕੋਈ ਵੀ ਢਾਡੀ ਸਿੰਘ ਲੈ ਕੇ ਆਪਣੇ ਘਰ ਨਹੀਂ ਆਉਂਦੇ, ਉਹ ਨਾ ਸਾਡੀ ਭੇਟਾ ਜਮ੍ਹਾਂ ਹੁੰਦੀ ਆ। ਉਹਦੇ ਵਿੱਚੋਂ ਅਸੀਂ ਕੀ ਕਰਦੇ ਹਾਂ, ਸਾਡਾ ਕੋਈ ਬਜ਼ੁਰਗ ਢਾਡੀ ਵਿਚਾਰਾ ਕੋਈ ਬਿਮਾਰ ਹੋ ਜਾਵੇ, ਉਹਦੇ ਇਲਾਜ ਵਾਸਤੇ ਉਹਦੇ ਘਰੇ ਜਾ ਕੇ ਪੈਸੇ ਦੇ ਕੇ ਆਉਣੇ। ਕੋਈ ਠੀਕ ਹੈ। ਅਕਾਲ ਚਲਾਣਾ ਕਰ ਜਾਂਦਾ, ਕੋਈ ਤੁਰ ਜਾਂਦਾ ਦੁਨੀਆ ਤੋਂ, ਸਾਡਾ ਕੋਈ ਬਜ਼ੁਰਗ ਢਾਡੀ ਮੁੱਕਦੀ ਗੱਲ, ਕਿਸੇ ਦੇ ਘਰੇ ਵੀ ਕੋਈ ਖੁਸ਼ੀ ਗਮੀ ਦਾ ਪ੍ਰੋਗਰਾਮ ਹੈ, ਕਿਸੇ ਨੇ ਆਪਣੀ ਧੀ ਦੀ ਮੈਰਿਜ ਕਰਨੀ ਆ, ਜਿੰਨੇ ਜੀ ਯੋਗ ਵੀ ਅਸੀਂ ਉਸੇ ਭੇਟਾ ਦੇ ਵਿੱਚੋਂ ਭੇਟਾ ਦੇ ਕੇ ਆਉਨੇ, ਉਹਦੇ ਵਿੱਚੋਂ 1 ਰੁਪਈਆ ਨਹੀਂ ਅਸੀਂ ਆਪਣੇ ਵਾਸਤੇ ਖਰਚਦੇ। ਫਿਰ ਜਿਹੜੀ ਸਾਡੇ ਕੋਲ ਭੇਟਾ ਇਕੱਠੀ ਹੁੰਦੀ ਹੈ, ਉਹਦਾ ਅਸੀਂ ਸਨਮਾਨਯੋਗ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਪੈਗੰਬਰ ਢਾਡੀ, ਅਸੀਂ ਉਹਨਾਂ ਦਾ ਢਾਡੀ ਦਰਬਾਰ ਕਰਵਾਉਨੇ ਤਰਨਤਾਰਨ ਜੀ। ਜੀ ਇਹਨਾਂ ਨੇ ਸਾਡੀ ਉਹ ਵੀ ਭੇਟਾ ਜਿਹੜੀ ਉਹ ਵੀ ਇਹਨਾਂ ਨੇ ਬੰਦ ਕਰ ਦਿੱਤੀ ਦਫ਼ਤਰ ਵੱਲੋਂ, ਉਹ ਵੀ ਨਹੀਂ ਦਿੰਦੇ ਸਾਨੂੰ ਹੁਣ ਜੀ। ਹੂੰ ਤੇ ਇਹਨਾਂ ਨੇ ਹੁਣ ਮਤਲਬ ਨਾ ਮੇਨ ਥਿਊਰੀ ਜਿਹੜੀ ਇਹ ਆ ਵੀ ਜਿਹੜੇ ਉੱਥੇ ਪ੍ਰਚਾਰਕ ਲੱਗੇ ਨਾ, ਪ੍ਰਚਾਰਕਾਂ ਨੇ ਜਾ ਕੇ ਉਸ ਦਫ਼ਤਰੇ ਕਿਹਾ ਵਾ ਵੀ ਢਾਡੀ ਸਿੰਘਾਂ ਨੂੰ ਤੇ ਇੱਥੇ ਮਾਇਆ ਬੜੀ ਚੜ੍ਹਦੀ ਆ, ਇਹਨਾਂ ਦੇ ਤੇ ਸਰੰਗੀ ਵਾਲੇ ਬੈਗ ਭਰ ਜਾਂਦੇ ਆ। ਇਹਨਾਂ ਨੂੰ ਖੋਆ ਤੋੜੀ ਇਹ ਲੱਗੀ ਆ ਵੀ ਕਿਸੇ ਨਾ ਕਿਸੇ ਤਰੀਕੇ ਪ੍ਰਾਈਵੇਟ ਢਾਡੀ ਇੱਥੋਂ ਕੱਢ ਦਿਓ, ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਇੱਥੇ ਹਾਜ਼ਰੀ ਭਰਦੇ ਆ, ਉਹਨਾਂ ਨੂੰ ਲਾਉਣਾ ਸ਼ੁਰੂ ਕਰ ਦਿਓ। ਉਹਨਾਂ ਨੂੰ 500 ਦੀ ਰਸੀਦ ਕੱਟ ਕੇ ਦੇ ਦਿਓ, 1100 ਦੀ ਰਸੀਦ ਕੱਟ ਕੇ ਦੇ ਦਿਓ, ਕਿਉਂਕਿ ਉਹ ਤੁਹਾਡੀ ਡਿਊਟੀ ਕਰਦੇ, ਨੌਕਰੀ ਕਰਦੇ, ਉਹਨਾਂ ਬੋਲਣਾ ਨਹੀਂਗਾ। ਇਹ ਮਤਲਬ ਉੱਥੇ ਅਸੀਂ ਆਪਣੀ ਗੋਲਕ ਰੱਖਾਂਗੇ ਤੇ ਜਿਹੜੀ ਇਹਨਾਂ ਨੂੰ ਅਸੀਂ 1100 ਦੀ ਰਸੀਦ ਕੱਟ ਕੇ ਦੇ ਦਿਆਂਗੇ। ਮੇਰੀ ਕਹਿਣ ਤੋਂ ਭਾਵ ਇਹ ਵੀ ਇਹ ਪ੍ਰਚਾਰਕਾਂ ਦਾ ਗਲ ਘੋਟ ਰਹੇ ਆ, ਭੁੱਖਿਆਂ ਮਾਰਨ ਦਾ ਯਤਨ ਕਰ ਰਹੇ। ਜਿਹੜੀ ਕੌਮ ਨੂੰ ਮਾਰਨਾ ਹੋਵੇ ਨਾ, ਵੇਖੋ ਸਿੱਖ ਕੌਮ ਨਾ ਤੇ ਮਰੀ ਟੈਂਕਾਂ ਨਾਲ, ਨਾ ਮਰੀ ਤੋਪਾਂ ਨਾਲ, ਨਾ ਗੋਲੀਆਂ ਨਾਲ, ਕਿਸੇ ਨਾ ਵੱਡੇ ਘੱਲੂਘਾਰੇ ਚ ਮਰੇ, ਨਾ ਛੋਟੇ ਘੱਲੂਘਾਰੇ ਚ ਮਰੇ, ਨਾ 84 ਦੇ ਘੱਲੂਘਾਰੇ ਚ ਸਾਡੀ ਮਤਲਬ ਨਸਲਕੁਸ਼ੀ ਕਰ ਸਕੇ। ਲੇਕਿਨ ਜਿਹੜੀ ਕੌਮ ਨੂੰ ਮਾਰਨਾ ਹੋਵੇ, ਕੁਝ ਨਾ ਕਰੋ, ਆਹਿਸਤਾ ਆਹਿਸਤਾ ਨਾ। ਇੱਕ ਚਾਣਕਿਆ ਨੀਤੀ ਨੇ ਬੜੀ ਸੋਹਣੀ ਗੱਲ ਕਹੀ ਆ, ਉਹ ਕਹਿੰਦਾ ਧਨਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ, ਪੰਚਮ ਜਤਰਨਾ ਵਿਦਤੇ ਤਤਰ ਦਿਵਸ ਵਸੇਤਮ। ਉਹ ਕਹਿੰਦਾ ਜਿਹੜੇ ਦੇਸ਼ ਨੂੰ ਬਰਬਾਦ ਕਰਨਾ, ਉਹਦੀਆਂ 5 ਚੀਜ਼ਾਂ ਬਰਬਾਦ ਕਰ ਦੋ। ਚਾਹੁੰਦੀ ਤੇ ਚਲੋ ਆਪਣੇ ਕੋਈ ਇੰਨਾ ਸਮਝ ਨਾ, ਉਹ ਆਪਣੇ ਵਿਸ਼ੇ ਨਾਲ ਰਿਲੇਟਡ ਗਿਆ। ਉਹਨੇ ਇੱਕ ਗੱਲ ਕਹੀ, ਕਹਿੰਦਾ ਜਿਹੜੀ ਕੌਮ ਨੂੰ ਮਾਰਨਾ ਨਾ, ਉਸ ਕੌਮ ਦਾ ਪ੍ਰਚਾਰਕ ਮਾਰ ਦਿਓ, ਕੌਮ ਆਪਣੇ ਆਪ ਹੀ ਮਰ ਜਾਵੇ। ਇਹਨਾਂ ਨੇ ਜੀ ਹੁਣ ਇਹ ਮੁਹੱਈਆ ਕੀਤਾ ਵੀ ਇਹ ਪ੍ਰਚਾਰਕ ਮਾਰੋ ਕਿਸੇ ਤਰੀਕੇ ਦੇ ਨਾਲ। ਤੇ ਮੈਂ ਤੇ ਵਾਰੇ ਜਾਨਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਸਾਡਾ ਚੰਗਾ ਭਲਾ ਕੰਮ ਨਿਬੇੜਤਾ। ਬੀਬੀ ਜਗੀਰ ਕੌਰ ਨੇ ਉਹਨੇ ਕਿਹਾ ਵੀ ਚਲੋ ਤੁਹਾਡੀਆਂ ਮੰਗਾਂ ਮੰਨ ਲੈਨੇ। ਉਹ ਅਗਲੇ ਦਿਨ ਇਹਨਾਂ ਨੇ ਆਪਣੇ ਹੱਥ ਵਿੱਚ ਲੈ ਕੇ, ਨਹੀਂ ਬੀਬੀ ਜੀ ਤੁਸੀਂ ਪਿਛਾਂਹ ਹੋ ਜਾਓਗੇ, ਅਕਾਲ ਤਖਤ ਸਾਹਿਬ ਦਾ ਮਸਲਾ ਅਸੀਂ ਜਾਣੀਏ, ਸਾਡਾ ਕੰਮ ਜਾਣੇ। ਉਹ ਅਗਲੇ ਦਿਨ ਇਹਨਾਂ ਨੇ 6 ਢਾਡੀ ਜਥੇ ਸਾਡੇ ਬਲੈਕ ਲਿਸਟ ਕਰ ਕੱਤੇ ਆ ਜੀ, ਵੀ ਉਹ ਅਕਾਲ ਤਖਤ ਸਾਹਿਬ ਬੋਲ ਹੀ ਨਹੀਂ ਸਕਦੇ। ਪਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਬਿਆਨ ਵੀ ਆਇਆ ਹੈਗਾ ਕਿ ਆਪਾਂ ਜਿੰਨੇ ਵੀ ਢਾਡੀ ਹੈਗੇ ਨੇ ਤੇ ਰਾਗੀ ਜਥੇ ਢਾਡੀ ਜਥੇ ਦੇ ਕੀਰਤਨ ਕਰਦੇ ਨੇ, ਆਪਾਂ ਉਹਨਾਂ ਦੇ ਨਾਲ ਫੁੱਲੀ ਸਹਿਯੋਗ ਕਰਦੇ, ਉਹਨਾਂ ਦੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਵੀ, ਤੇ ਸਾਰਾ ਕੁਝ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਇਹ ਢਾਡੀ ਐਵੇਂ ਆਪਣੇ ਕੋਲੋਂ ਗੱਲਾਂ ਕਰਕੇ ਬੋਲਦੀ ਜਾਂਦੇ ਨੇ, ਇਹ 'ਚ ਕਿੰਨਾ ਕੁ ਸੱਚ ਹੈਗਾ? ਵੇਖੋ ਜੀ ਭੈਣ ਜੀ, ਬੇਨਤੀ ਇਸ ਤਰ੍ਹਾਂ ਵੀ ਅਖਬਾਰਾਂ ਵਿੱਚ ਦੇਣ ਨਾਲ ਕੁਝ ਨਹੀਂ ਹੋਣਾ, ਜੋ ਮਰਜ਼ੀ ਅਖਬਾਰਾਂ ਦੇ ਵਿੱਚ ਬਿਆਨ, ਕਿਤੇ ਜੀ ਗਰਾਊਂਡ ਲੈਵਲ ਤੇ ਕਿਤੇ ਇਹ ਚੀਜ਼ ਨੂੰ ਤੁਸੀਂ ਵੇਖੋ ਵੀ ਕੀ ਕੁਝ ਇਹ ਸਾਨੂੰ ਦੇ ਰਿਹਾ ਹੈ। ਇਹ ਜਿਹੜੀ ਗੱਲ ਕਰਦੇ ਨਾ ਅਸੀਂ ਪ੍ਰਚਾਰਕਾਂ ਨੂੰ ਦੇ ਰਹੇ ਆ, ਉਹ ਉਹਨਾਂ ਨੂੰ ਦੇ ਰਹੇ ਆ ਜੋ ਇਹਨਾਂ ਦੀ ਨੌਕਰੀ ਕਰਦੇ ਆ, ਜਿਹੜੇ ਇਹਨਾਂ ਦੇ ਕੋਲ ਉੱਥੇ ਭਰਤੀ ਹੋਏ ਆ, ਉਹਨਾਂ ਨੂੰ ਵੀ। ਹੁਣ ਮੈਂ ਤੁਹਾਨੂੰ ਬੇਨਤੀ ਕਰਦਾ, ਇਹ ਕਹਿੰਦੇ ਅਸੀਂ ਫਲਾਨੀ ਚੀਜ਼ ਦੇ ਰਹੇ ਹਾਂ, ਢਿਮਕਰੇਟੀ ਜੀ। ਮੇਰੇ ਨਾ ਇੱਥੇ ਮਤਲਬ ਸੱਜਣ ਆ ਜੀ ਢਾਡੀ ਸਿੰਘ, ਇੱਕ ਵੀਰ ਸਰੰਗੀ ਵਾਦਕ ਆ, ਕੁਝ ਕਿਹੋ ਜਿਹੇ ਸਿੰਘ ਜਿਹੜਾ ਨੇ ਨੌਕਰੀ ਛੱਡੀ ਆ। ਛੱਡੀ ਕਿਵੇਂ? 3500 ਰੁਪਈਆ ਤਨਖਾਹ ਵਾ ਜੀ ਉਹਨਾਂ ਦੀ। ਜੀ ਪਿੰਡ ਉਹਨਾਂ ਦਾ ਅੰਮ੍ਰਿਤਸਰ ਦੇ ਨਜ਼ਦੀਕ ਆ। ਡਿਊਟੀ ਉਹਨਾਂ ਦੀ ਫਗਵਾੜੇ ਵਾਲੇ ਪਾਸੇ ਲੱਗੀ ਆ, ਮਹਾਰਾਜ ਦੇ ਸਰੂਪ ਚੈੱਕ ਕਰਨ ਦੀ। ਜੀ 400 ਦਾ ਤੇਲ ਕੇ ਦਿਹਾੜੀ ਦਾ ਵਿਚਾਰੇ ਘਰੇ ਆ ਜਾਂਦੇ ਆ। ਤੁਸੀਂ ਹੁਣ ਦੱਸੋ ਵੀ 3500 ਰੁਪਏ ਦੇ ਵਿੱਚ ਉਹ ਵਿਚਾਰੇ ਕੀ ਕਰਨਗੇ, ਕੀ ਨਹੀਂ ਕਰਨਗੇ। ਜੇ ਇਹ ਕਹਿਣ ਵੀ 60,000 ਰੁਪਇਆ ਤਨਖਾਹ ਹੈਗੀ ਆ, ਜਿਹੜੇ ਮੁਲਾਜ਼ਮ ਇਹਨਾਂ ਕੋਲ ਭਰਤੀ ਆ ਢਾਡੀ ਕਵੀਸ਼ਰ, ਉਹ ਅੱਜ ਦੇ ਨਹੀਂਗੇ ਜਿਨ੍ਹਾਂ ਦੀ 60,000 ਰੁਪਇਆ ਤਨਖਾਹ, ਉਹਨਾਂ ਨੂੰ 25 30 ਸਾਲ ਉਹ ਚੱਲੇ ਆ ਜੀ। ਜੀ ਲੋੜ ਤੇ ਸਾਨੂੰ ਅੱਜ ਇਹ ਚੀਜ਼ ਦੀ ਆ ਵੀ ਜੇ ਕੋਈ ਜੰਗ ਬਲੱਡ ਨੌਜਵਾਨ ਮੁੰਡਾ ਕੋਈ 19 20 ਸਾਲ ਦਾ ਢਾਡੀ ਸਰੰਗੀ ਵਾਦਕ ਕੋਈ ਜਥੇਦਾਰ ਇਹਨਾਂ ਕੋਲ ਭਰਤੀ ਹੁੰਦਾ ਵਾ, ਉਹਦਾ ਆਰਥਿਕ ਪੱਖ ਵੇਖ ਕੇ ਚੱਲਣ ਵੀ ਇਹਦੇ ਪਿੱਛੇ ਇੰਨਾ ਪਰਿਵਾਰ 3500 ਰੁਪਏ ਦੇ ਵਿੱਚ ਗੁਜ਼ਾਰਾ ਹੋ ਜਾਊਗਾ ਜੀ ਇਹਨਾਂ ਦਾ। ਜਿਹੜਾ ਇੱਕ ਸਿੰਘ ਸਾਹਿਬ 3500 ਰੁਪਏ ਦਾ ਤੇਲ ਰੂਜ ਗੱਡੀ 'ਚ ਫੂਕ ਦਿੰਦਾ, 3500 ਰੁਪਏ ਜਿਹਦੇ ਢਾਡੀ ਸਿੰਘ ਦੇ ਪਿੱਛੇ 5-6 ਮੈਂਬਰ ਹੈ ਘਰ ਦੇ ਪਰਿਵਾਰ ਦੇ, ਪ੍ਰਸ਼ਾਦਾ ਛਕਣ ਵਾਲੇ, ਕੋਈ ਬੱਚਾ ਪੜਨ ਵਾਲਾ, ਉਹ 3500 ਰੁਪਏ 'ਚ ਵਿਚਾਰਾ ਕੀ ਕਰੂਗਾ? 150 ਰੁਪਏ ਨੂੰ ਤੇ ਸਰੋਂ ਦਾ ਤੇਲ ਹੋਇਆ ਫਿਰਦਾ ਵਾ ਜੀ। 3500 ਰੁਪਏ ਨੂੰ ਕੀ ਵਿਚਾਰਾ ਢਾਡੀ ਸਿੰਘ ਲੈ ਕੇ ਕਰ ਲੂਗਾ ਜੀ। ਤੇ ਹੁਣ ਤੁਸੀਂ ਕੁੱਲ ਮਿਲਾ ਕੇ ਕਿੰਨੇ ਸਿੰਘ ਭੁੱਖ ਹੜਤਾਲ ਤੇ ਬੈਠੇ ਹੋ? 11 ਸਿੰਘ ਬੈਠੇ ਸੀ ਜੀ ਅਸੀਂ। ਮਤਲਬ ਭੁੱਖ ਹੜਤਾਲ ਹਾਲੇ ਵੀ ਚੱਲਦੀ ਪਈ ਜਾਂ ਉਹ 1 ਦਿਨ ਦੀ ਸੀਗੀ? ਉਹ ਸਾਡੀ ਹੈਗੀ ਸੀਗੀ 2 ਦਿਨ ਦੀ ਸੀਗੀ, ਉਹ ਅਸੀਂ ਮੁਕੰਮਲ ਕਰ ਲਈ। ਹੁਣ ਪ੍ਰਧਾਨ ਜੀ ਨੇ ਅਗਲਾ ਜਿਹੜਾ ਸਾਨੂੰ ਸੰਦੇਸ਼ ਦਿੱਤਾ ਵਾ
24 ਨਵੰਬਰ ਨੂੰ ਅਸੀਂ ਮਰਨ ਵਰਤਨ ਤੇ ਬੈਠਾਂਗੇ ਜੀ। ਉਹ ਵੇਖੋ ਕਿੰਨੇ ਸਿੰਘ ਸਾਡੇ ਵਿੱਚੋਂ ਬਹਿੰਦੇ ਆ। ਜੀ ਫਿਰ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ। ਚਾਹੇ ਉਹਦੇ ਵਿੱਚੋਂ ਜਦੋਂ ਮਰਨ ਵਰਤਨ ਦੀ ਅਰਦਾਸ ਕਰ ਘੱਤੀ, ਉਦੋਂ ਬਾਅਦ ਦੇ ਵਿੱਚ ਗੁਰੂ ਸਾਹਿਬ ਜਾਣਨ ਵੀ ਸਤਿਗੁਰੂ ਨੇ ਕਿਹੋ ਜੀ ਸੇਵਾ ਸਾਡੇ ਕੋਲੋਂ ਲੈਣੀ ਆ। ਪਰ ਜਦੋਂ ਤੱਕ ਸਾਡੇ ਸਵਾਸ ਚੱਲਦੇ ਆ, ਇਹ ਮਤ ਸੋਚਣ ਵੀ ਅਸੀਂ ਅਕਾਲ ਤਖਤ ਸਾਹਿਬ ਦੀ ਸਟੇਜ ਗੁਲਾਮ ਕਰਕੇ ਤੇ ਆਪਣੀ ਮਰਜ਼ੀ ਨਾਲ ਬੁਲਾਵਾਂਗੇ। ਅਸੀਂ ਇਹ ਜਿਹੜੀ ਜੰਗ ਸ਼ੁਰੂ ਕੀਤੀ, ਅਸੀਂ ਲੜਦੇ ਰਵਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਸਾਨੂੰ ਸਾਡਾ ਇਨਸਾਫ ਨਹੀਂ। ਅਸੀਂ ਇਹਨਾਂ ਕੋਲੋਂ ਕੀ ਮੰਗਦੇ? ਇੱਕ ਮੈਂ ਤੁਹਾਨੂੰ ਹੋਰ ਬੇਨਤੀ ਕਰਦਾ, ਜੀ ਛਿਆਟਾ ਸਾਹਿਬ ਨਾ, ਛਿਹਰਟਾ ਸਾਹਿਬ ਇਹਨਾਂ ਨੇ ਇੱਕ ਕਾਲਜ ਖੋਲਿਆ ਵਾ ਢਾਡੀ ਸਿੰਘਾਂ ਦਾ ਜੀ। ਜੀ ਇਹ ਜਿਹੜਾ ਸਿੰਘ ਸਾਹਿਬ ਕਹਿ ਰਹੇ ਨਾ ਅਸੀਂ ਕੌਮ ਵਾਸਤੇ ਬੜਾ ਕੁਝ ਕਰ ਰਹੇ ਆ, ਕਿਤੇ ਇਹਨਾਂ ਨੂੰ ਤੁਸੀਂ ਸਵਾਲ ਕਰਿਓ ਵੀ ਭਾਈ ਸਾਹਿਬ ਜੀ ਤੁਸੀਂ ਕੋਈ ਢਾਡੀ ਤਿਆਰ ਕੀਤਾ ਵਾ, ਕੋਈ ਸਰੰਗੀ ਮਾਸਟਰ ਤਿਆਰ ਕੀਤਾ ਤੁਸੀਂ? ਤੇ ਜੇ ਤੁਸੀਂ ਕੀਤਾ ਵਾ ਤੇ ਉਹਦਾ ਇੱਕ ਦਾ ਨਾਂ ਲਓ ਵੀ ਜਿਹੜਾ ਤੁਸੀਂ ਢਾਡੀ ਬਣਾ ਕੇ ਕੌਮ ਦੀ ਕਚਹਿਰੀ ਚ ਲਿਆਂਦਾ ਕੋਈ ਸਰੰਗੀ। ਇੱਕ ਵੀ ਜੇ ਨਾਂ ਲੈ ਦੇ ਹਰਪ੍ਰੀਤ ਸਿੰਘ, ਤੇ ਜਿਹੜੀ ਸਜ਼ਾ ਕੌਮ ਸਾਨੂੰ ਦਊਗੀ ਉਹ ਮੈਂ ਚੈਲੰਜ ਕਰਦਾ ਵੀ ਮੈਂ ਭੁਗਤਣ ਵਾਸਤੇ ਤਿਆਰ ਆ। ਹਰਪ੍ਰੀਤ ਸਿੰਘ ਇਹ ਗੱਲ ਕਹਦੇ ਵੀ ਮੈਂ ਇੱਕ ਢਾਡੀ ਬਣਵਾਇਆ ਉਸ ਕਾਲਜ ਦੇ ਵਿੱਚੋਂ, ਉਹ ਬੰਦ ਪਿਆ ਵਾ, ਉੱਥੇ ਕਬੂਤਰ ਆਂਡੇ ਦੇ ਰਹੇ ਆ। ਅਸੀਂ ਕਿਸੇ ਕਾਲਜ ਵਿੱਚੋਂ ਨਹੀਂ ਸਾਡਾ ਕੋਈ ਢਾਡੀ ਜੱਥਾ ਤਿਆਰ ਹੋਇਆ, ਨਾ ਕੋਈ ਸ਼੍ਰੋਮਣੀ ਕਮੇਟੀ ਦੇ ਕਾਲਜ ਵਿੱਚੋਂ ਤਿਆਰ ਹੋਇਆ। ਅਸੀਂ ਉਸਤਾਦੀ ਸ਼ਾਗਿਰਦੀ ਕਰਦੇ ਆ ਆਪਣੇ ਉਸਤਾਦਾਂ ਦੇ ਨਾਲ, ਜਿਹੜੇ ਸਾਡੇ ਫਲਾਸਫਰ ਉਸਤਾਦ ਆ, ਜਿਹੜੇ ਇਸ ਵਕਤ ਕੋਈ ਅਮਰੀਕਾ ਬੈਠਾ, ਕੋਈ ਜਿਵੇਂ ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਸਾਹਿਬ ਹੋ ਗਏ, ਗਿਆਨੀ ਗੁਰਮੁਖ ਸਿੰਘ ਜੀ ਵਟੋਆ ਸਾਹਿਬ ਜਿਹੜੇ ਦੁਨੀਆ ਤੋਂ ਜਾ ਚੁੱਕੇ ਆ ਜੀ। ਇਸ ਤਰ੍ਹਾਂ ਕਰਕੇ ਸਾਡੇ ਕੁਝ ਹੈਗੇ ਸੀ ਜਿਨ੍ਹਾਂ ਦੇ ਕੋਲੋਂ ਅਸੀਂ ਸਿੱਖਿਆ ਪ੍ਰਾਪਤ ਕਰਦੇ ਸੀ। ਸਾਡੇ ਨੌਜਵਾਨ ਵੀਰ ਜਿਹੜੇ ਉਹ ਲੋਕਲੀ ਘਰਾਂ 'ਚ ਜਾ ਜਾ ਕੇ ਸਰੰਗੀਆਂ ਸਿੱਖਦੇ ਆ, ਢੱਡ ਸਿੱਖਦੇ ਆ। ਫਿਰ ਹੋਰ ਬੇਨਤੀ ਵੇਖੋ, ਹੁਣ ਕਈ ਵਾਰੀ ਇਸ਼ਤਿਹਾਰਾਂ ਤੇ ਛਪਾਇਆ ਹੁੰਦਾ ਵਾ ਵੀ ਅਣਸੱਦੇ ਜਥੇ ਨੂੰ, ਬਗੈਰ ਸੱਦੇ ਜਥੇ ਨੂੰ ਟਾਈਮ ਨਹੀਂ ਦਿੱਤਾ ਜਾਊਗਾ। ਠੀਕ ਹੈ ਜੀ ਤੇ ਜਥੇ ਨੂੰ ਟਾਈਮ ਨਹੀਂ ਦਿੱਤਾ ਜਾਊਗਾ, ਸਾਡੇ ਕੋਲ ਇੱਕੋ ਇੱਕ ਸਟੇਜ ਆ ਚੱਲਣ ਵਾਸਤੇ, ਉਹ ਆ ਅਕਾਲ ਤਖਤ ਸਾਹਿਬ ਦੀ। ਜਦੋਂ ਇਹਨਾਂ ਸਾਡੀ ਇਹ ਵੀ ਸਟੇਜ ਖੋਲੀ ਵੀ ਇੱਥੇ ਕੋਈ ਪ੍ਰਾਈਵੇਟ ਜਥਾ ਬੋਲ ਨਹੀਂ ਸਕਦਾ, ਤੇ ਫਿਰ ਕਿਹੜਾ ਢਾਡੀ ਜਥਾ ਤਿਆਰ ਹੋ ਕੇ ਵਿਚਾਰਾ ਗਾਂ ਇਤਿਹਾਸ ਦੀ ਗੱਲ ਕਰੂਗਾ? ਸਾਨੂੰ ਇਸ ਚੀਜ਼ ਦਾ ਫਿਕਰ ਵੀ ਨਹੀਂ ਗਾ ਇੰਨਾ ਵੀ ਸਾਨੂੰ ਉੱਥੋਂ ਕੱਢਣ ਲੱਗੇ ਆ। ਸਾਨੂੰ ਇਸ ਚੀਜ਼ ਦਾ ਫਿਕਰ ਆ, ਬਾਹਰ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਕਿਸੇ ਅਣਸੱਦੇ ਜਥੇ ਨੂੰ ਬੋਲਣ ਨਹੀਂ ਗਾ ਦਿੱਤਾ ਜਾਂਦਾ। ਅਕਾਲ ਤਖਤ ਸਾਹਿਬ ਦੀ ਸਟੇਜ ਤੋਂ ਇਹਨਾਂ ਨੇ ਬੰਦ ਕਰਤਾ, ਤੇ ਫਿਰ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਢਾਡੀ ਜਥੇ ਕਿਵੇਂ ਤਿਆਰ ਹੋਣਗੇ ਜੀ? ਕੀ ਤੁਹਾਨੂੰ ਲੱਗਦਾ ਕਿ ਜਿਹੜੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸੀ, ਜਿਹੜਾ ਸਿਧਾਂਤ ਗੁਰੂ ਪਾਤਸ਼ਾਹ ਦਾ, ਇਹਨੂੰ ਕਿਤੇ ਗੁਲਾਮੀ ਵੱਲ ਲੈ ਕੇ ਜਾਇਆ ਜਾ ਰਿਹਾ ਹੈ ਜਾਂ ਇਹ ਤੇ ਸਿੱਧਾ ਸਿੱਧਾ ਜੀ ਬਿਲਕੁਲ ਵੀ ਗੁਲਾਮੀ ਵਾਲੇ ਪਾਸੇ ਕੀਤਾ ਜਾ ਰਿਹਾ ਵਾ ਜੀ। ਵੀ ਜਦੋਂ ਅਕਾਲ ਤਖਤ ਸਾਹਿਬ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਢਾਡੀ ਜਥੇ ਲਿਆਂਦੇ, ਉਹਨਾਂ ਨੂੰ ਆਜ਼ਾਦ, ਜਦੋਂ ਉਹਨਾਂ ਨੇ ਆਜ਼ਾਦੀ ਦੀ ਗੱਲ ਕੀਤੀ ਨਾ, ਜਦੋਂ ਉਹਨਾਂ 2 ਵਾਰਾਂ ਪਹਿਲੀਆਂ ਪੜ੍ਹੀਆਂ ਨਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ, ਉਹਨਾਂ ਪਹਿਲੀ ਵਾਰ ਪੜ੍ਹੀ ਸੀ ਸਤਿਗੁਰੂ ਵਿੱਚ ਵਡਾਲੀ ਜਨਮਿਆ ਚੰਨ ਸੂਰਜ ਬਾਲਾ ਚੜ੍ਹੀਦਾ। ਮੈਂ ਟੂਕ ਮਾਤਰੀ ਬੇਨਤੀ ਕਰਦਾ, ਉਹਨਾਂ ਦੂਜੀ ਵਾਰ ਪੜ੍ਹੀ ਸੀ ਸ੍ਰੀ ਗੁਰੂ ਤਖਤ ਬਿਰਾਜੇ ਪ੍ਰਭੂ ਧਿਆਇਕ ਹੈ। ਤੇ ਮਹਾਰਾਜ ਨੇ ਇਹ ਗੱਲ ਕਹੀ ਸੀ ਵੀ ਮੈਂ ਬਹੁਤੀ ਆਪਣੀ ਸਿਫਤ ਵਾਸਤੇ ਵੀ ਤੁਹਾਨੂੰ ਨਹੀਂ ਗਾ ਸੱਦਿਆ, ਤੁਸੀਂ ਉਹ ਗੱਲ ਕਰੋ ਵੀ ਅੱਜ ਕੌਮ ਦਾ ਜੰਮਿਆ ਹੋਇਆ ਖੂਨ ਜਿਹੜਾ ਵਾ ਉਹ ਬਾਲੇ ਮਾਰਨ ਲੱਗ ਪਵੇ, ਉਹ ਗੱਲ ਕੋਈ ਕਰੋ ਤੁਸੀਂ। ਜੀ ਕਿ ਤੁਹਾਨੂੰ ਮੈਂ ਲੋਕਾਂ ਦੀ ਸਿਫਤੋ ਸਲਾਹ ਕਰਨ ਵਾਸਤੇ ਨਹੀਂ ਗਾ ਐਡਾ ਲਿਆਂਦਾ, ਤੁਸੀਂ ਉਹ ਗੱਲ ਕਰੋ ਜਿਹੜੀ ਕੌਮ ਦੇ ਹਿੱਤ ਦੀ ਗੱਲ ਹੈ। ਫਿਰ ਉਹਨਾਂ 2 ਸਾਡੇ ਬਜ਼ੁਰਗ ਢਾਡੀ ਸਿੰਘਾਂ ਨੇ, ਸਾਡੇ ਬਾਬੇ ਢਾਡੀ ਸਿੰਘਾਂ ਨੇ, ਸਨਮਾਨਯੋਗ ਬਾਬਾ ਨਾਥਮਲ ਜੀ, ਅਬਦੁਲ ਜੀ, ਉਹਨਾਂ ਨੇ ਫਿਰ ਤੀਜੀ ਵਾਰ ਪੜ੍ਹੀ ਸੀਗੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਰਥਾਏ, ਜਿਹੜੀ ਉਹਨਾਂ ਵਾਰ ਪੜ੍ਹੀ ਨਾ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜ਼ਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਟਾਂ ਕਰੇ ਤਗੀਰ ਦੀ, ਸਾਹਿਬਾ ਪੱਗ ਤੇਰੀ ਕੀ ਜਹਾਂਗੀਰ ਦੀ। ਉਹਨਾਂ ਨੇ ਉੱਥੇ ਸੱਚ ਬੋਲਿਆ, ਤੇ ਮੇਰੇ ਦਾਤੇ ਨੇ ਉਹਨਾਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ, ਸਤਿਗੁਰੂ ਨੇ ਵੱਡੇ ਵੱਡੇ ਮਾਨ ਸਨਮਾਨ ਦੇ ਕੇ ਆਖਿਆ ਮੈਂ ਆਹ ਢਾਡੀ ਪੈਦਾ ਕਰਨੇ ਆ ਜਿਹੜੇ ਛਾਤੀ ਠੋਕ ਕੇ ਸੱਚ ਬੋਲ ਸਕਣ ਤੇ ਸਮੇਂ ਦੀ ਹਕੂਮਤ ਕੋਲੋਂ ਡਰਨ ਨਾ। ਤੇ ਜੇ ਅੱਜ ਕੋਈ ਸੱਚ ਬੋਲਦਾ, ਗੁਰੂ ਹਰਗੋਬਿੰਦ ਸਾਹਿਬ ਤੇ ਕਹਿੰਦਾ ਸੀ ਸੱਚ ਬੋਲੋ, ਇਹਨਾਂ ਨੂੰ ਉੱਥੇ ਸੱਚ ਵੀ ਸਾਡਾ ਚੁੱਭਦਾ ਵਾ ਜੀ। ਕਿ ਜਦੋਂ ਤੁਸੀਂ ਕੋਈ ਢੱਡ ਜਿਹੜੇ ਢਾਡੀ ਹੈਗੇ ਨੇ ਸਾਡੇ ਸਤਿਕਾਰਯੋਗ, ਉੱਥੇ ਕੋਈ ਢੱਡ ਜਾਂ ਕੋਈ ਪ੍ਰਸੰਗ ਗਾਉਂਦੇ ਨੇ, ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਤੁਸੀਂ ਥੱਲੇ ਇਹੋ ਜਿਹਾ ਕੋਈ ਪ੍ਰਸੰਗ ਆਇਆ? ਉੱਥੇ ਕੁਛ ਹੋਰ ਵੀ ਉਹਨਾਂ ਨੇ ਆਯੋਗਿਤ ਕੀਤਾ ਹੋਇਆ, ਉੱਥੇ ਕੋਈ ਕੈਮਰੇ ਜਾਂ ਕੋਈ ਇਹੋ ਜਿਹਾ ਕਿ ਉਹਨਾਂ ਨੂੰ ਹਰ ਪਲ ਦੀ ਕੋਈ ਖਬਰ ਇਸ ਤਰ੍ਹਾਂ ਦੀ ਮਿਲ ਸਕਦੀ ਹੈ ਕਿ ਇੱਥੇ ਹੁੰਦਾ ਕੀ ਪਿਆ? ਇੱਕ ਤੇ ਨਾ ਜੀ ਉਹਨਾਂ ਨੇ ਕੈਮਰਾ ਜਿਹੜਾ ਵਾ ਨਾ ਜੀ, ਉਹ ਮਤਲਬ ਉੱਥੇ ਬਿਲਕੁਲ ਸਾਡੇ ਇੱਕ ਸਿਰ ਤੇ ਲਗਾਇਆ। ਚਲੋ ਸਾਨੂੰ ਕੈਮਰੇ ਦਾ ਕੋਈ ਵਿਰੋਧ ਨਹੀਂਗਾ ਵੀ ਅਸੀਂ ਕੈਮਰੇ ਦਾ, ਸੌਰੀ ਜੀ, ਇਹ ਕੈਮਰੇ ਦਾ ਅਸੀਂ ਕੋਈ ਵਿਰੋਧ ਕਰ ਰਹੇ ਹਾਂ, ਸਾਡੇ ਵੱਲੋਂ 1 ਲਾਇਆ ਵਾ 10 ਲਾ ਦੇਣ। ਜਦੋਂ ਅਸੀਂ ਉੱਥੇ ਕੋਈ ਸੌਰੀ ਗਲਤ ਕੰਮ ਹੀ ਨਹੀਂ ਕਰਨਾ ਜੀ, ਸਾਡੇ ਵੱਲੋਂ ਜਿੰਨੇ ਮਰਜ਼ੀ ਕੈਮਰੇ ਲਾਈ ਜਾਣਾ ਹੈ ਨਾ ਜੀ। ਜੀ ਜੀ ਬਸ ਇਹਨਾਂ ਨੇ ਜਿਹੜੇ ਸਾਡੇ ਤੇ ਪ੍ਰਚਾਰਕ ਉੱਥੇ ਥਾਪੇ ਆ ਨਾ, ਉਹ ਪ੍ਰਚਾਰਕ ਸਾਡੀ 1-1 ਮਿੰਟ ਦੀ ਗੱਲ, 1-1 ਅਲਫਾਜ਼ ਦਫ਼ਤਰੇ ਜਾ ਕੇ ਦੱਸਦੇ, ਫਲਾਨਾ ਢਾਡੀ ਆਹ ਬੋਲ ਕੇ ਗਿਆ, ਟਿਮਕੜਾ ਢਾਡੀ ਆਹ ਬੋਲ ਕੇ ਗਿਆ ਵਾ।
ਉਹ ਅਕਾਲੀ ਦਲ ਦੇ ਬਰਖਲਾਫ ਬੋਲ ਕੇ ਗਿਆ। ਹਾਲਾਂਕਿ ਅਸੀਂ ਜਿਹੜੀ ਗੱਲ ਕਰਦੇ ਆ ਨਾ ਜੀ ਉੱਥੇ, ਜੀ ਅਸੀਂ ਗੁਰੂ ਦੇ ਅਨੁਕੂਲ ਕਰਦੇ ਆ, ਇਤਿਹਾਸ ਦੀ ਗੱਲ ਕਰਦੇ ਆ, ਗਲਤ ਨੂੰ ਗਲਤ ਕਹਿੰਦੇ ਆ, ਸਹੀ ਨੂੰ ਸਹੀ ਕਹਿੰਦੇ ਆ। ਫਿਰ ਵੀ ਜੀ ਪਤਾ ਨੀ ਇਹਨਾਂ ਨੂੰ ਕੀ ਚੁਭਦਾ ਵਾ ਕੀ ਨਹੀਂ, ਇਹਨਾਂ ਨੂੰ ਰੱਬ ਜਾਣਦਾ ਵਾ ਜੀ ਇਹਨਾਂ ਦੀ ਕੀ ਗਾਂ ਥਿਊਰੀ। ਚਲੋ ਸਾਡੀ ਤੇ ਕਈ ਵਾਰੀ ਸੋਚ ਤੇ ਉਹ ਤੇ ਪ੍ਰਮਾਤਮਾ ਨੇ ਜਿੰਨੀ ਕੁ ਮੱਤ ਬੁੱਧ ਦਿੱਤੀ ਆ, ਸਾਨੂੰ ਤੇ ਐਂ ਲੱਗਦਾ ਵੀ ਜਿਵੇਂ RSS ਦਾ ਹੀ ਤਕਰੀਬਨ 70% ਕਬਜ਼ਾ ਹੋ ਚੁੱਕਾ ਜੀ। ਮਤਲਬ ਅਕਾਲ ਤਖ਼ਤ ਸਾਹਿਬ ਜਿਹੜਾ ਹੈ, ਜਿੱਥੇ ਸੱਚ ਦੀ ਆਵਾਜ਼ ਬੁਲੰਦ ਹੁੰਦੀ ਸੀ, ਉਹ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ RSS ਨੂੰ ਸੌਂਪਿਆ ਗਿਆ। ਸੋ ਪਰ ਜਿੱਥੇ ਤੁਸੀਂ ਆਹ ਗੱਲ ਕਰਦੇ ਪਏ ਹੋ, ਸ਼੍ਰੋਮਣੀ ਕਹਿੰਦੀ ਹੈ ਕਿ ਨਹੀਂ, ਅਸੀਂ ਇਹੋ ਜਿਹਾ ਕੁਝ ਕਾਜ ਨਹੀਂ ਕੀਤਾ ਜਾਂ ਅਸੀਂ ਕੁਝ ਵੀ RSS ਦੇ ਨਾਲ ਸੰਬੰਧ ਸਾਡਾ ਨਹੀਂ ਹੈਗਾ। ਤੁਸੀਂ ਇਹਦੇ ਵਿੱਚ ਆਪਣੀ ਦੱਸੋ ਕਿ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਕਿ ਉਹ ਕਹਿੰਦੇ ਨੇ ਕਿ RSS ਦੇ ਹਵਾਲੇ ਕੀਤਾ ਗਿਆ, ਪਰ ਦੂਜੇ ਪਾਸੇ ਉਹ ਮਨਾ ਕਰਦੀ ਪਈ ਹੈ ਸੰਸਥਾ ਕਿ ਨਹੀਂ, ਇੱਥੇ ਕੇਵਲ ਤੇ ਕੇਵਲ ਸਿੱਖ ਸਿਧਾਂਤ ਤੇ ਅਨੁਕੂਲ ਹੀ ਇੱਥੇ ਗੱਲਬਾਤ ਕੀਤੀ ਜਾਂਦੀ ਹੈ। ਇਹ ਧਾਰਮਿਕ ਸਟੇਜ ਹੈ, ਨਾ ਕਿ ਰਾਜਨੀਤੀ ਸਟੇਜ ਹੈ। ਵੇਖੋ ਜੀ, ਧਾਰਮਿਕ ਸਟੇਜ ਹੈ, ਰਾਜਨੀਤਿਕ ਸਟੇਜ ਨਹੀਂ ਗੀ, ਇਹਦੇ ਨਾਲ ਅਸੀਂ ਵੀ ਸਹਿਮਤ ਹਾਂ। ਜੀ ਜੇ ਇਹ ਧਾਰਮਿਕ ਕੱਲੀ ਸਟੇਜ ਹੁੰਦੀ ਹੈ, ਰਾਜਨੀਤਿਕ ਨਾ ਸਟੇਜ ਹੁੰਦੀ, ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਸੱਚਖੰਡ ਹਰਮੰਦਰ ਸਾਹਿਬ ਦੇ ਅਕਾਲ ਤਖ਼ਤ ਸਾਹਿਬ ਬਣਾਉਣ ਦਾ ਸਾਹਮਣੇ ਕੋਈ ਮਤਲਬ ਨਹੀਂ ਸੀਗਾ ਬਣਦਾ, ਕਿਉਂਕਿ ਧਾਰਮਿਕ ਅਸਥਾਨ ਤੇ ਸਾਡੇ ਕੋਲ ਬਣ ਚੁੱਕਾ ਸੀਗਾ ਦਰਬਾਰ ਸਾਹਿਬ। ਫਿਰ ਉਹਦੇ ਸਾਹਮਣੇ ਅਕਾਲ ਤਖ਼ਤ ਸਾਹਿਬ ਬਣਾਉਣ ਦੀ ਸਤਿਗੁਰੂ ਨੂੰ ਕਿਉਂ ਲੋੜ ਪਈ? ਮੇਰੇ ਦਾਤੇ ਨੂੰ ਉਹ ਵੇਖੋ, ਚਲੋ ਇਹ ਵੀ ਆਪਾਂ ਮੰਨ ਲਈਏ। ਫਿਰ ਦੋ, ਜੇ ਇਹ ਗੱਲ ਕਹਿੰਦੇ ਆ ਵੀ ਇਹ ਧਾਰਮਿਕ ਸਟੇਜ ਆ, ਫਿਰ ਇਹਨਾਂ ਦੋ ਨਿਸ਼ਾਨ ਸਾਹਿਬ ਕਾਹਦੇ ਵਾਸਤੇ ਲਾਏ? ਮੀਰੀ ਤੇ ਪੀਰੀ ਦਾ। ਇਹਦਾ ਮਤਲਬ ਕੀ ਹੈ ਜੀ? ਮੀਰੀ ਦਾ ਮਤਲਬ ਸਿਆਸਤ ਆ ਜੀ, ਪੀਰੀ ਦਾ ਮਤਲਬ ਧਰਮ ਆ ਜੀ। ਹਰਿਮੰਦਰ ਸਾਹਿਬ ਸਮੁੱਚੀ ਮਾਨਵਤਾ ਦਾ ਸਾਂਝਾ ਵਾ, ਲੇਕਿਨ ਇਹ ਅਕਾਲ ਤਖ਼ਤ ਸਾਹਿਬ ਸਾਰਿਆਂ ਦਾ ਸਾਂਝਾ ਨਹੀਂ। ਅਕਾਲ ਤਖ਼ਤ ਸਾਹਿਬ ਵੇਖੋ, ਕੋਈ ਮੁਸਲਮਾਨ ਕੋਈ ਕੁਰੈਤ ਕਰ ਜਾਵੇ, ਉਹਨੂੰ ਸੱਦਿਆ ਜਾਂਦਾ ਅਕਾਲ ਤਖ਼ਤ ਸਾਹਿਬ ਛੇਕਣ ਵਾਸਤੇ? ਨਹੀਂ ਸੱਦਿਆ ਜਾਂਦਾ। ਕੋਈ ਹਿੰਦੂ ਇਹ ਵੀਰ ਇਹੋ ਜਿਹਾ ਕੋਈ ਕਰਮ ਕਰ ਬਵੇ, ਕੋਈ ਬੱਜਰ ਕਰੈਤ ਕਰ ਬਵੇ, ਉਹਨੂੰ ਅਕਾਲ ਤਖ਼ਤ ਸਾਹਿਬ ਸੱਦਿਆ ਜਾਂਦਾ? ਨਹੀਂ ਸੱਦਿਆ ਜਾਂਦਾ। ਲੇਕਿਨ ਕੋਈ ਸਿੱਖ ਜੇ ਕੋਈ ਬੱਜਰ ਕਰੈਤ ਕਰਦਾ, ਉਹਨੂੰ ਸੱਦਿਆ ਜਾਂਦਾ। ਕਿਉਂ? ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਆਪਾਂ ਸਾਰਿਆਂ ਦਾ ਸਾਂਝਾ ਨਹੀਂ ਕਹਿ ਸਕਦੇ। ਹਰਿਮੰਦਰ ਸਾਹਿਬ ਪੂਰੀ ਮਾਨਵਤਾ ਦਾ ਸਾਂਝਾ ਵਾ, ਅਕਾਲ ਤਖ਼ਤ ਸਾਹਿਬ ਕੇਵਲ ਸਿੱਖਾਂ ਦਾ ਵਾ ਜੀ। ਜੀ ਤੇ ਜੇ ਇਹ ਕਹਿੰਦੇ ਵੀ ਉੱਥੇ ਧਾਰਮਿਕ ਗੱਲ ਹੋਣੀ ਚਾਹੀਦੀ, ਸਿਆਸੀ ਗੱਲ ਨਹੀਂ ਹੋਣੀ ਚਾਹੀਦੀ, ਪਰ ਮੈਂ ਬੇਨਤੀ ਕਰਦਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪੀਰੀ ਦੇ ਸਾਹਮਣੇ ਮੇਰੀ ਖੜੀ ਕਰਨ ਦਾ ਮਤਲਬ ਇਹੋ ਹੀ ਸੀਗਾ ਵੀ ਇਹ ਸਿਆਸਤ ਦਾ ਵੀ ਇੱਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਸਿਆਸਤ ਦਾ ਘਰ ਵੀ ਬਣਾਇਆ ਵਾ, ਕਿਉਂਕਿ ਇੱਥੇ ਖਲੋ ਕੇ ਅਸੀਂ ਆਪਣੇ ਹਰਿਮੰਦਰ ਸਾਹਿਬ ਦੇ ਵਿੱਚ ਸਿਆਸੀ ਮਸਲੇ ਨਹੀਂ ਵਾਚੇ ਜਾਂਦੇ, ਅਕਾਲ ਤਖ਼ਤ ਸਾਹਿਬ ਤੇ ਬੈਠ ਕੇ ਸਿਆਸੀ ਮਸਲੇ ਵੀ ਵਾਚੇ ਜਾਂਦੇ ਆ ਜੀ। ਹਾਂਜੀ, ਇਹ ਕਹਿੰਦੇ ਵੀ ਇੱਥੇ ਧਾਰਮਿਕ ਗੱਲ ਕੀਤੀ ਜਾਵੇ, ਸਿਆਸਤ ਦੀ ਗੱਲ ਹੀ ਕੋਈ ਨਾ ਕੀਤੀ ਜਾਵੇ। ਬਾਕੀ ਅਸੀਂ ਕਿਹੜੀਆਂ ਉੱਥੇ ਖਲੋ ਕੇ ਵੋਟਾਂ ਕਹਿੰਦੇ ਜੀ ਫਲਾਣੇ ਨੂੰ ਪਾ ਦਿਓ, ਢਿਮਕੜੇ ਨੂੰ ਪਾ ਦਿਓ। ਉਹ ਤੇ ਸਾਰੇ ਸਿਆਣੇ ਹੀ ਆ ਜੀ, ਵੀ ਜਿੱਥੇ ਜਿੱਥੇ ਕਿਸੇ ਨੇ ਕੋਈ ਵੋਟ ਪਾਉਣੀ, ਜੋ ਵੀ ਕਰਨਾ ਵਾ, ਸਾਰਿਆਂ ਨੂੰ ਸਾਂਝਾ ਵਾ, ਸਾਰਿਆਂ ਨੂੰ ਪਤਾ ਵਾ ਵੀ ਕੀ ਕੁਝ ਹੈ, ਜੋ ਕੁਝ ਹੋ ਰਿਹਾ। ਪਰ ਮੈਂ ਬੇਨਤੀ ਇਹ ਕਰਦਾ ਵੀ ਅਕਾਲ ਤਖ਼ਤ ਸਾਹਿਬ ਇੱਕ ਆਜ਼ਾਦ ਹਸਤੀ ਦਾ ਪ੍ਰਤੀਕ ਆ। ਉੱਥੇ ਖਲੋ ਕੇ ਅਸੀਂ ਆਪਣੀ ਸਿੱਖ ਕੌਮ ਦੀ ਗੱਲ ਜਿਹੜੀ ਆ ਦ੍ਰਿੜਤਾ ਦੇ ਨਾਲ ਕਰ ਸਕਦੇ ਆ। ਮੈਂ ਪਹਿਲੋਂ ਬੇਨਤੀ ਕੀਤੀ, ਅਸੀਂ ਉੱਥੇ ਜੋ ਕਹਿੰਦੇ ਉਹ ਗੁਰਮਤ ਦੇ ਅਨੁਕੂਲ ਕਹਿੰਦੇ ਆ। ਅਸੀਂ ਕਿਸੇ ਨੂੰ ਕੋਈ ਮਾੜਾ ਚੰਗਾ ਉੱਥੇ ਸ਼ਬਦ ਨਹੀਂ ਗੇ ਬੋਲਦੇ, ਪਰ ਫਿਰ ਜੀ ਵੀ ਇਹਨਾਂ ਲੋਕਾਂ ਨੂੰ ਇਹ ਚੀਜ਼ਾਂ ਕਿਉਂ ਚੁਭਦੀਆਂ? ਸੋ ਧੰਨਵਾਦ ਤੁਹਾਡਾ ਕਿ ਜਿਹੜੀ ਤੁਸੀਂ ਆਪਣੀ ਗੱਲ ਸਾਂਝੀ ਕੀਤੀ ਸਾਡੇ ਦਰਸ਼ਕਾਂ ਦੇ ਨਾਲ। ਆਸ ਕਰਦੇ ਹਾਂ ਕਿ ਸਾਡੇ ਸਰੋਤੇ ਸਿੱਖ ਸੰਗਤਾਂ ਇਸ ਨੂੰ ਸੁਣ ਕੇ ਥੋੜ੍ਹੀ ਜਿਹੀ ਸੁਚੱਜੀਆਂ ਆਪ ਹੋ ਜਾਣਗੀਆਂ ਕਿ ਜਿਹੜਾ ਅਕਾਲ ਤਖ਼ਤ ਸਾਹਿਬ ਤੇ ਜੋ ਸਾਡੇ ਢੱਡ ਗਾਉਂਦੇ ਸਨ, ਪ੍ਰਸੰਗ ਸੁਣਾਉਂਦੇ ਸਨ, ਉਹਨਾਂ ਨੂੰ ਵੀ ਹੁਣ ਉੱਥੇ ਨੱਥ ਪਾਈ ਜਾ ਰਹੀ ਹੈ। ਸੋ ਆਪਨੇ ਸਾਰਾ ਭਾਈ ਸਾਹਿਬ ਜੀ ਉਹਨਾਂ ਦੀ ਮੂੰਹ ਜ਼ਬਾਨੀ ਸੁਣਿਆ ਕਿ ਉੱਥੇ ਉਹਨੇ ਕਿਵੇਂ ਆਪਣਾ ਗੁਜ਼ਰਾਨ ਕਰਦੇ ਨੇ, ਈਵਨ ਕਿ ਉਹਨਾਂ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾਂਦੀਆਂ, ਤੇ ਫਿਰ ਵੀ ਉਹਨਾਂ ਨੂੰ ਉੱਥੇ ਰੋਕ ਲਗਾਈ ਜਾ ਰਹੀ ਹੈ। ਕਈ ਕੁਝ ਹੋ ਰਿਹਾ। ਇਸ ਨੂੰ ਆਪਾਂ ਕਿਸ ਲਫ਼ਜ਼ਾਂ ਦੇ ਵਿੱਚ ਕਰੀਏ, ਬਿਆਨ ਕਰੀਏ ਕਿ ਇਹ ਸਿੱਖਾਂ ਦਾ ਦੁਖਾਂਤ ਹੈ ਜਾਂ ਸਿੱਖ ਕੌਮ ਨੂੰ ਕਿਉਂ ਕਿਸ ਦੀ ਨਜ਼ਰ ਲੱਗ ਗਈ ਕਿ ਇਹੋ ਜਿਹਾ ਕੁਝ ਇੱਥੇ ਵਾਪਰਿਆ। ਸੋ ਮੈਂ ਇੱਕ ਵਾਰ ਫਿਰ ਭਾਈ ਸਾਹਿਬ ਸਤਨਾਮ ਸਿੰਘ ਜੀ ਲਾਲੋ ਘੁੰਮਣ ਵਾਲਿਆਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਆਏ ਨੇ। ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨਾਲ ਹੀ ਜੁੜੇ ਰਹੀਏ ਤਾਂ ਇਹਨਾਂ ਕੋਲੋਂ ਅਸੀਂ ਸਾਰੀ ਇਨਫੋਰਮੇਸ਼ਨ ਲਈਏ ਕਿ ਇਹ ਆਪਣੇ ਜਿਹੜੇ ਇਹਨਾਂ ਦੇ ਸਿੰਘ ਉੱਥੇ ਖੜਨਗੇ ਤੇ ਕਿਹੜੇ ਅੱਗੇ ਨਿਤਰਨਗੇ। ਤੇ ਇਸ ਜਿਹੜੀ ਇਹ ਵੀ ਇੱਕ ਜਿਹੜੀ ਜੰਗ ਹੈਗੀ ਸਿਧਾਂਤ ਦੇ ਆਪਣੇ ਹੱਕ ਦੇ ਲਈ ਤੇ ਸਿਧਾਂਤ ਗੁਰੂ ਮਰਿਆਦਾ ਦੇ ਸਿਧਾਂਤ ਲਈ ਜੋ ਲੜਨ ਜਾ ਰਹੇ ਨੇ, ਉਹਦੇ ਨਾਲ ਇਹਨਾਂ ਦੇ ਨਾਲ ਆਪਾਂ ਆਸ ਕਰਾਂਗੇ ਕਿ ਪੰਜਾਬੀ ਵਿਰਾਸਤ ਇਹਨਾਂ ਦੇ ਨਾਲ
ਸੰਖਲ ਖਲੋ ਕੇ ਇਹਨਾਂ ਦੇ ਪਾਸੋਂ ਪੁੱਛਦਾ ਰਹੇਗਾ, ਗੱਲਬਾਤ ਅਗਲੀ ਵੀ ਵੇਰਵਾ ਇਹਨਾਂ ਕੋਲ ਲੈਂਦਾ ਰਹੇਗਾ। ਸੋ ਮੈਂ ਭਾਈ ਸਾਹਿਬ ਜੀ ਨੂੰ ਪੁੱਛਾਂਗੀ ਕੋਈ ਇੱਕ ਗੱਲ ਦੀ ਜਿਹੜੀ ਤੁਹਾਡੀ ਰਹਿ ਗਈ ਹੋਵੇ ਦੱਸਣ ਵਾਲੀ, ਆਪ ਜੀ ਦੱਸ ਸਕਦੇ ਹੋ, ਤਾਂ ਕਿ ਆਪਾਂ ਸਿੱਖ ਸੰਗਤਾਂ ਕੋਲ ਤੁਹਾਡਾ ਸਹੀ ਸੁਨੇਹਾ ਪਹੁੰਚਦਾ ਕਰ ਸਕੀਏ ਤੇ ਸਿੱਖ ਸੰਗਤਾਂ ਜਿਹੜੀਆਂ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਪਿਆਰ ਕਰਨ ਵਾਲੀਆਂ ਨੇ, ਢਾਡੀ ਨੂੰ ਪਿਆਰ ਕਰਨ ਵਾਲੀਆਂ ਨੇ, ਢੱਡ ਨੂੰ ਪਿਆਰ ਕਰਨ ਵਾਲੀਆਂ ਨੇ, ਉਹ ਆਪ ਜੀ ਦੇ ਨਾਲ ਮੋਢਾ ਲਾ ਕੇ ਖੜ ਜਾਣ। ਸੋ ਜੀ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਹਾਂ ਬਸ, ਵੀ ਤੁਸੀਂ ਹਰਪ੍ਰੀਤ ਸਿੰਘ ਜੀ ਦੀ ਜਥੇਦਾਰ ਜੀ ਗੱਲ ਕੀਤੀ ਸੀਗੀ ਵੀ ਉਹ ਕਹਿੰਦਾ ਵੀ ਇਹ ਢਾਡੀ ਸਿੰਘ ਐਵੇਂ ਰੌਲਾ ਪਾਉਂਦੇ ਅਸੀਂ ਸਾਰਾ ਕੁਝ ਕਰਨਾ, ਨਾਲੇ ਇਹ ਧਾਰਮਿਕ ਸਥਾਨ ਹੈ ਨਾ ਜੀ। ਜਿੱਦਣ ਸ਼੍ਰੋਮਣੀ ਅਕਾਲੀ ਦਲ ਦੀ ਨਾ ਸ਼ਤਾਬਦੀ ਮਨਾਈ ਮੰਜੀ ਸਾਹਿਬ, ਉਦਣ ਜਥੇਦਾਰ ਨੇ ਖਲੋ ਕੇ ਜਿਹੜੀ ਸਪੀਚ ਦਿੱਤੀ ਉਹ ਤੁਸੀਂ ਵੀ ਸੁਣੀ ਤੇ ਸਾਰੀਆਂ ਸੰਗਤਾਂ ਨੇ ਸੁਣੀ। ਉਹਨੇ ਕਿਹਾ ਵੀ ਸ਼੍ਰੋਮਣੀ ਕਮੇਟੀ ਮਾਂ ਤੇ ਅਕਾਲੀ ਦਲ ਦਾ ਪੁੱਤ ਆ, ਤੇ ਜਿੱਦਣ ਸ਼੍ਰੋਮਣੀ ਕਮੇਟੀ ਨੇ ਆਖਿਆ ਜੇ ਕੋਈ ਮਾਂ ਦੇ ਗੱਲ ਪਵੇ ਤੇ ਪੁੱਤ ਨੂੰ ਬੇਨਤੀ ਆ ਵੀ ਘਰੇ ਨਾ ਬੈਠੇ ਰਹੋ, ਡਾਂਗਾ ਲੈ ਕੇ ਅੰਮ੍ਰਿਤਸਰ ਨੂੰ ਆ ਜਿਓ, ਉਹਦੀ ਸਪੀਚ ਸੀ। ਜਿੰਨਾ ਇਹ ਸ਼ਬਦ ਗਲਤ ਉਹਨਾਂ ਨੇ ਬੋਲਿਆ, ਅਸੀਂ ਤੇ ਇੰਨਾ ਕਦੇ ਗਲਤ ਬੋਲਿਆ ਹੀ ਨਹੀਂ। ਜਿਹੜੀ ਉਹਨਾਂ ਗੱਲ ਕਹੀ ਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਪੁੱਤਰਾ ਤੇ ਸ਼੍ਰੋਮਣੀ ਕਮੇਟੀ ਮਾਂ ਵਾ, ਜਿੱਦਣ ਕੋਈ ਮਾਂ ਦੇ ਨਾਲ ਕੋਈ ਗੱਲਬਾਤ, ਉਹਨਾਂ ਦਾ ਕਹਿਣ ਦਾ ਭਾਵ ਵੀ ਸਾਡੇ ਕੋਲ 328 ਸਰੂਪਾਂ ਦਾ ਕੋਈ ਇਨਸਾਫ ਨਾ ਮੰਗੇ, ਅਸੀਂ ਜੋ ਮਰਜ਼ੀ ਕਰੀਏ। ਉੱਥੇ ਜਿਨ੍ਹਾਂ ਨੇ ਧਰਨਾ ਦਿੱਤਾ, ਜਿਸ ਤਰ੍ਹਾਂ ਨੂੰ ਡਾਂਗ ਫੇਰ ਕੇ ਕੱਢੀ, ਇਸ ਤਰ੍ਹਾਂ ਹੀ ਡਾਂਗਾ ਲੈ ਕੇ ਦਵਾ ਦਵ ਅੰਮ੍ਰਿਤਸਰ ਆ ਜਿਓ। ਇਹੋ ਜਿਹੇ ਬਿਆਨ ਦਵੇ ਜਥੇਦਾਰ, ਏਡੇ ਬੇਹੁਦਾ ਬਿਆਨ ਦਵੇ ਜਥੇਦਾਰ, ਸਟੇਜ ਤੇ ਖਲੋ ਕੇ ਕੌਮ ਨੂੰ ਡਾਂਗੋ ਡਾਂਗੀ ਕਰਵਾਉਂਦੇ ਬਿਆਨ ਦਵੇ ਜਥੇਦਾਰ, ਧਰਨਾ ਦੇਣ ਵਾਲੇ ਸਾਡੇ ਭਰਾ, ਡਾਂਗਾ ਮਾਰਨ ਵਾਲੇ ਸਾਡੇ ਭਰਾ, ਤੇ ਇਹੋ ਜਿਹੀਆਂ ਸਪੀਚਾਂ ਦੇਵੇ ਜਥੇਦਾਰ ਤੇ ਬੁਰੇ ਅਸੀਂ। ਸਾਡੀ ਇੱਕ ਵੀ ਕੋਈ ਸਪੀਚ ਕੱਢ ਕੇ ਦੇ ਜਿਹੜੀ ਅਸੀਂ ਇਹੋ ਜਿਹੀ ਕੋਈ ਵਿਵਾਦਤ ਬਿਆਨ ਦਿੱਤਾ ਹੋਵੇ, ਅਸੀਂ ਉਹਦੇ ਪੈਰਾਂ ਤੇ ਸਿਰ ਰੱਖ ਕੇ ਮੈਂ ਢਾਡੀ ਸਿੰਘਾਂ ਵੱਲੋਂ ਮਾਫੀ ਮੰਗੂਗਾ, ਇੱਥੋਂ ਤੱਕ ਲਿਖ ਕੇ ਦੇ ਦੂੰਗਾ ਵੀ ਭਾਵੇਂ ਜਥੇਦਾਰ ਮੇਰਾ ਸਿਰ ਲਾ ਦਵੇ, ਬਿਲਕੁਲ ਮੇਰਾ ਖੂਨ ਮਾਫ ਹੋਊਗਾ। ਅਸੀਂ ਤਾਂ ਕਦੀ ਏਡੇ ਮਾੜੇ ਬਿਆਨ ਦਿੱਤੇ ਨਹੀਂ ਜਿਹੜੇ ਨੇ ਉਦਣ ਅੱਗੋਂ ਪਿੱਛੋਂ ਕਿਉਂ ਨਾ ਕੂਪਿਆ। ਇਹਨੂੰ ਪਤਾ ਸੀਗਾ ਬੀਜੇਪੀ ਦੇ ਨਾਲ ਹੁਣ ਪੈ ਗਈ ਆ, ਉਦਣ ਅਕਾਲੀ ਦਲ ਦਾ ਪ੍ਰਚਾਰ ਵੀ ਕਰ ਗਿਆ, ਵੋਟਾਂ ਦਾ ਖਲੋ ਕੇ ਸਟੇਜ ਤੇ ਅਕਾਲੀ ਦਲ ਦਾ ਪ੍ਰਚਾਰ ਵੀ ਕਰ ਗਿਆ। ਉਹ ਕਈਆਂ ਨੇ ਸੋਚਿਆ ਬੱਲੇ ਬੱਲੇ ਜਥੇਦਾਰ ਬੜਾ ਖੁੱਲ ਕੇ ਬੋਲਿਆ, ਬੋਲਣਾ ਤੇ ਉਦਣ ਹੈਗਾ ਸੀਗਾ ਕਿਉਂਕਿ ਵੱਡਿਆਂ ਨਾਲੋਂ ਕੁੰਡੀ ਟੁੱਟ ਗਈ ਇਹਨਾਂ ਦੀ, ਅੱਗੇ ਉਹਨਾਂ ਦਾ ਡਰ ਸੀਗਾ, ਅੱਗੇ ਕੋਈ ਜਥੇਦਾਰ ਬੋਲਦਾ ਨਹੀਂ, ਉਦਣ ਤਾਈਓ ਬੋਲਿਆ। ਮਹਾਰਾਜ ਕਿਰਪਾ ਕਰੇ ਜਥੇਦਾਰ ਨੂੰ ਵੀ ਸੁਮਤ ਬਖਸ਼ੇ, ਰਹਿਣਾ ਦੁਨੀਆ ਤੇ ਅਸੀਂ ਵੀ ਨਹੀਂਗਾ, ਰਹਿਣਾ ਜਥੇਦਾਰ ਵੀ ਨਹੀਂਗਾ, ਚੰਗੇ ਕੰਮ ਕਰਕੇ ਜਾਈਏ, ਚੰਗਾ ਕੰਮ ਹੀ ਦੁਨੀਆ ਤੇ ਰਹਿ ਜਾਂਦਾ ਹੈ। ਹੋ ਸਕਦਾ ਹੈ ਸਮਾਧੀਆਂ ਜਰੀਏ ਕਿਤੇ ਜਥੇਦਾਰ ਦੇ ਵੀ ਕੰਨੀਆਂ ਆਵਾਜ਼ ਪੈ ਜਾਵੇ, ਚੰਗਾ ਕੰਮ ਕਰਕੇ ਜਾਵੇ, ਅਕਾਲੀ ਬਾਬਾ ਫੂਲਾ ਸਿੰਘ ਵਰਗੂ ਦੁਨੀਆ ਉਹਦੀ ਪੂਜਾ ਕਰੇ। ਮਾੜਾ ਕੰਮ ਕਰਕੇ ਜਾਵੇਗਾ ਫਿਰ ਸਰਬਰਾ ਅਰੂੜ ਸਿੰਘ ਵਾਂਗੂ ਲਾਹਣਤਾਂ ਤੇ ਹੈ ਹੀ ਆ, ਅਸੀਂ ਮਾੜਾ ਕਰਾਂਗੇ ਸਾਨੂੰ ਪੈਣਗੀਆਂ, ਉਹ ਕਰਨਗੇ ਉਹਨਾਂ ਨੂੰ ਪੈਣਗੀਆਂ। ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ। ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ, ਤੁਸੀਂ ਸਮਾਂ ਦੇ ਕੇ ਨਵਾਜਿਆ ਸਾਨੂੰ। ਧੰਨਵਾਦ ਤੁਹਾਡਾ ਬਹੁਤ ਬਹੁਤ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪੰਜਾਬੀ ਵਿਰਾਸਤ USA ਚੈਨਲ ਤੇ। ਸੋ ਆਪ ਜੀ ਸਿੱਖ ਸੰਗਤਾਂ ਨੂੰ ਬੇਨਤੀ ਕਿ ਆਪ ਜੀ ਜ਼ਰੂਰ ਦੇਖਣਾ ਤੇ ਆਪ ਹੀ ਢਾਡੀਆਂ ਦੇ ਵਿੱਚ ਜੋ ਇਹਨਾਂ ਦੀ ਗੱਲਬਾਤ ਆਪ ਜੀ ਨੇ ਸੁਣੀ ਹੈ, ਇਹਨਾਂ ਦੇ ਪੂਰੀ ਤਰ੍ਹਾਂ ਗੱਲਬਾਤ ਨੂੰ ਸੁਣ ਕੇ ਸਮਝ ਕੇ ਆਪ ਜੀ ਵੀ ਖੜੇ ਹੋ, ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਾਜੇ ਢਾਡੀ ਨੇ ਤੇ ਆਪਾਂ ਨਹੀਂ ਚਾਹੁੰਦੇ ਕਿ ਇਹ ਜਿਹੜੀ ਪ੍ਰਥਾ ਹੈਗੀ ਹੈ ਇੱਥੇ ਖਤਮ ਹੋ ਜਾਵੇ, ਕਿਉਂਕਿ ਸਿੱਖ ਕੌਮ ਨੂੰ ਹਰ ਪਾਸੋਂ ਵਾਰ ਮਿਲ ਰਹੇ ਨੇ, ਹਰ ਪਾਸੋਂ ਤੀਰ ਵੱਜ ਰਹੇ ਨੇ। ਸੋ ਇਹ ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਕੀਰਤਨੀਏ, ਆਪਣੇ ਪ੍ਰਚਾਰਕਾਂ ਨੂੰ ਅਸੀਂ ਕਿਵੇਂ ਬਚਾਉਣਾ ਹੈ, ਕਿਵੇਂ ਸਾਥ ਦੇਣਾ, ਕਿਉਂਕਿ ਇਹਨਾਂ ਦੇ ਵੀ ਤਾਂ ਬਾਲ ਬੱਚੇ ਹੈਗੇ ਨੇ, ਉਹਨਾਂ ਨੂੰ ਵੀ ਪੜ੍ਹਾਉਣਾ ਲਿਖਾਉਣਾ ਹੈਗਾ। ਸੋ ਆਪ ਜੀ ਨੇ ਜ਼ਰੂਰ ਪ੍ਰੋਗਰਾਮ ਦੇਖਣਾ ਤੇ ਆਪਣੇ ਸੁਝਾਅ ਵੀ ਜ਼ਰੂਰ ਦੇਣੇ। ਸੋ ਧੰਨਵਾਦ ਸਭ ਦਾ, ਇੱਥੇ ਹੀ ਆਪਾਂ ਤੁਹਾਡਾ ਧੰਨਵਾਦ ਕਰਦੇ ਹਾਂ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।